ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮੁਖ ਝੂਠੈ ਝੂਠ ਬੋਲਣਾ, ਕਿਉ ਕਰ ਸੋਚਾ ਹੋਏ। ਬਿਨ ਅਬ ਸ਼ਬਦ ਨ ਮਾਂਜੀਐ, ਸਾਚੇ ਤੇ ਸਚ ਹੋਏ। ਮੁੰਦੇ ਗੁਣਹੀਣੀ ਸੁਖ ਕਹੇ, ਪਿਰ ਰਲੀਆਂ ਰਸ ਮਾਨਸੀ। ਸਾਚ ਸ਼ਬਦ ਸੁਖ ਨੇ ਰਹਾਉ। ਮੁੰਦੇ ਗੁਣਹੀਣੀ ਸੁਖ ਕਹੇ, ਪਿਰ ਰਲੀਆਂ ਰਸ ਮਾਨਸੀ। ਸਾਚ ਸ਼ਬਦ ਸੁਖ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦੇ ਗੁਣਹੀਣੀ ਸੁਖ ਕਹੇ, ਪਿਰ ਰਲੀਆਂ ਰਸ ਮਾਨਸੀ। ਸਾਚ ਸ਼ਬਦ ਸੁਖ ਨੇ ਰਹਾਉ। ਮੁੰਦੇ ਗੁਣਹੀਣੀ ਸੁਖ ਕਹੇ, ਪਿਰ ਰਲੀਆਂ ਰਸ ਮਾਨਸੀ। ਸਾਚ ਸ਼ਬਦ ਸੁਖ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਜਿਸ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਨੂੰ ਸੱਚ ਤੇ ਚੱਲਣ ਦੀ ਸਲਾਹ ਦਿੰਦੇ ਹਨ, ਉਪਦੇਸ਼ ਦਿੰਦੇ ਹਨ। ਔਰ ਇੱਥੇ ਮੁੰਦ ਭਾਵ ਇਸਤਰੀ ਨੂੰ ਸੰਬੋਧਨ ਕਰਕੇ, ਮਤਲਬ ਜੀਵ ਆਤਮਾ ਨੂੰ, ਜੀਵ ਇਸਤਰੀ ਨੂੰ ਸੰਬੋਧਨ ਕਰਕੇ, ਕਿਉਂਕਿ ਸਤਿਗੁਰਾਂ ਨੇ ਬਾਣੀ ਇਸ ਢੰਗ ਦੇ ਨਾਲ ਉਚਾਰਨ ਕੀਤੀ ਹੈ, ਰਚਨੀ ਕੀਤੀ ਹੈ। ਡਬਲ ਅਰਥ ਰੱਖਦੀ ਹੈ। ਸੰਸਾਰ ਦੇ ਅਰਥ ਵੀ ਹੁੰਦੇ ਆ ਉਦਾਹਰਨਾਂ ਵਾਸਤੇ, ਤੇ ਅਧਿਆਤਮਕ ਅਰਥ ਹੁੰਦੇ ਆ ਜੀਵ ਆਤਮਾ ਵਾਸਤੇ, ਆਲ ਵਰਲਡ ਵਾਸਤੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਤਾਂ ਗੁਰੂ ਪਿਆਰਿਓ, ਆਪਾਂ ਪਿਛਲੇ ਦਿਨੀ ਸ਼ਬਦ ਸਰਵਣ ਕੀਤਾ ਸੀ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮੁਖ ਝੂਠੈ ਝੂਠ ਬੋਲਣਾ, ਕਿਉ ਕਰ ਸੋਚਾ ਹੋਏ। ਜੇ ਸਾਡਾ ਮਨ ਵਿਕਾਰਾਂ ਦਾ ਭਰਿਆ ਹੋਇਆ, ਮਨ ਦੇ ਵਿੱਚ ਝੂਠ ਹੈ ਵਿਕਾਰਾਂ ਦੀ, ਮਾੜੀ ਸੋਚ ਦੀ, ਮਾੜੇ ਖਿਆਲਾਂ ਦੀ। ਮਨ ਦੀ ਝੂਠ ਹੈ, ਤਨ ਦੀ ਝੂਠ ਮੈਲ ਦੀ ਹੋ ਗਈ। ਜੇਵਾ ਦੀ ਝੂਠ ਝੂਠ ਬੋਲਣਾ ਹੋਇਆ। ਕੰਨਾਂ ਦੀ ਝੂਠ ਹੋ ਗਈ ਹੈ ਨਿੰਦਾ ਚੁਗਲੀ ਸੁਣਨੀ। ਅੱਖਾਂ ਦੀ ਝੂਠ ਹੈ ਕਿਸੇ ਨੂੰ ਦੇਖ ਕੇ ਗਲਤ ਖਿਆਲ ਕਰਨਾ, ਗਲਤ ਸੋਚਣਾ। ਹੁਣ ਇੱਥੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰਦੇ ਹਨ। ਪਿੱਛੇ ਆਪਾਂ ਦੋ ਪਦੇ ਸਰਵਣ ਕੀਤੇ ਸੀ। ਰਹਾਉ ਤੋਂ ਆਪਾਂ ਆਰੰਭ ਕਰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਜੇਕਰ ਸਾਡਾ ਮੁੰਦ ਹੈ ਗੁਣਹੀਣੀ ਸੁਖ ਕਹੇ। ਹੈ ਜੀਵ ਇਸਤਰੀ, ਜੇ ਤੇਰੇ ਅੰਦਰ ਗੁਣ ਹੀ ਨਹੀਂ ਹੈ, ਨਾ ਤੈਨੂੰ ਸਹੁਰੇ ਸੁੱਖ ਮਿਲੇ ਨਾ ਪੇਕੇ ਮਿਲੇ।
ਨਾ ਤੈਨੂੰ ਮਾਤਲੋਕ ਵਿੱਚ ਸੁੱਖ ਮਿਲੇ, ਨਾ ਦਰਗਾਹ ਵਿੱਚ ਸੁੱਖ ਮਿਲੇ। ਜਿਵੇਂ ਇੱਕ ਇਸਤਰੀ ਦੇ ਦੋ ਘਰ ਹਨ, ਇੱਕ ਪੇਕਿਆਂ ਦਾ, ਇੱਕ ਸਹੁਰਿਆਂ ਦਾ, ਇਸੇ ਤਰ੍ਹਾਂ ਜੀਵ ਆਤਮਾ ਵੀ ਦੋ ਘਰਾਂ ਦੀ ਮਾਲਕ ਹੈ, ਮਾਤਲੋਕ ਦੀ ਵੀ ਤੇ ਦਰਗਾਹ ਦੀ ਵੀ। ਪਰ ਦੋਵਾਂ ਥਾਵਾਂ ਤੇ ਜੇ ਆਪਣੇ ਮਾਲਕ ਨਾਲ ਜੁੜਦੀ ਹੈ ਤਾਂ ਸੁਖੀ ਵਸੂਗੀ, ਨਹੀਂ ਤਾਂ ਦੋਵੇਂ ਥਾਵਾਂ ਤੇ ਦੁਖੀ ਹੋਵੇਗੀ। ਉਸੇ ਤਰ੍ਹਾਂ ਜਿਵੇਂ ਕੋਈ ਬੱਚੀ ਆਪਣੇ ਪਤੀ ਦੇ ਹੁਕਮ ਵਿੱਚ ਚੱਲਦੀ ਹੈ ਤਾਂ ਸੁਖੀ ਵਸਦੀ ਹੈ, ਜੇ ਨਹੀਂ ਹੁਕਮ ਮੰਨਦੀ ਫਿਰ ਉਹ ਨਾ ਪੇਕਿਆਂ ਦੀ ਨਾ ਸਹੁਰਿਆਂ ਦੀ। ਇੱਕ ਕਹਾਵਤ ਹੈ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਨਾ ਇੱਧਰ ਦਾ ਨਾ ਉੱਧਰ ਦਾ। ਵਿਚਾਲੇ ਕੀ ਹੈ? ਪਾਣੀ। ਤੇ ਸੰਸਾਰ ਦੇ ਵਿਚਾਲੇ ਕੀ ਹੈ? ਟੇਢੀਆਂ ਜੂਨਾਂ, 84 ਲੱਖ ਜੂਨਾਂ। ਫਿਰ ਇਹ ਜੀਵ ਆਤਮਾ ਉਹਦੇ ਵਿੱਚ ਪੈ ਜਾਂਦੀ ਹੈ, ਦਰ ਦਰ ਭਟਕਦੀ ਰਹਿੰਦੀ ਹੈ। ਪ੍ਰੀਤਮ ਜੀ ਕਹਿੰਦੇ, ਭਲੀਏ ਤੂੰ ਗੁਣਾਂ ਨੂੰ ਇਕੱਠੇ ਕਰ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਫਿਰ ਰਲੀਆਂ ਰਸਮਾਨ ਸੀ, ਤਾਂ ਹੀ ਤੂੰ ਆਪਣੇ ਮਾਲਕ ਦੇ ਨਾਲ ਰਲੀਆਂ ਹੁੰਦਾ ਹੈ। ਆਨੰਦ, ਖੁਸ਼ੀਆਂ, ਖੇੜਾ। ਤੂੰ ਆਪਣੇ ਮਾਲਕ ਦੇ ਨਾਲ ਤਾਂ ਹੀ ਰੰਗ ਰਲੀਆਂ ਮਾਣ ਸਕਦੀ ਹੈ, ਰਸ ਮਾਣ ਸਕਦੀ ਹੈ। ਸਾਚ ਸ਼ਬਦ ਸੁਖ ਨੇਹ, ਜੇ ਤੂੰ ਆਪਣੇ ਮਾਲਕ ਦੇ ਨਾਲ ਇਮਾਨਦਾਰੀ ਨਾਲ ਵਰਤੇ, ਸੱਚ ਨਾਲ ਵਰਤੇ। ਜੇ ਮਾਲਕ ਤੋਂ ਚੋਰੀ ਕਰੇ, ਮਾਲਕ ਨਾਲ ਝੂਠ ਬੋਲੇ, ਤੇ ਮਾਲਕ ਨੂੰ ਪਤਾ ਲੱਗ ਹੀ ਜਾਣਾ। ਚਲੋ ਸੰਸਾਰੀ ਪਤੀ ਨੂੰ ਲੇਟ ਪਤਾ ਲੱਗ ਜੂ, ਪਰਮੇਸ਼ਰ ਤਾਂ ਨਾਲ ਦੀ ਨਾਲ ਹੀ ਰਿਕਾਰਡਿੰਗ ਕਰੀ ਜਾਂਦਾ। ਕੋਈ ਸਤਨਾਮ ਸ੍ਰੀ। ਹੁਣ ਤਾਂ ਐਸੇ CCTV ਕੈਮਰੇ ਲਾਏ ਹੋਏ ਆ, ਹਰੇਕ ਮਨੁੱਖ ਦੇ ਅੰਦਰ ਹੀ ਫਿੱਟ ਕਰ ਦਿੱਤੇ। ਇਸ ਕਰਕੇ ਜੇ ਅਸੀਂ ਇਸ ਮਾਲਕ ਦੇ ਨਾਲ, ਪਰਮੇਸ਼ਰ ਦੇ ਨਾਲ, ਗੁਰੂ ਦੇ ਨਾਲ ਇਮਾਨਦਾਰੀ ਵਰਤਾਂਗੇ, ਫਿਰ ਤਾਂ ਕੁਝ ਲਾਹਾ ਲੈ ਸਕਦੇ ਆ। ਜੇ ਆਪਾਂ ਸੋਚੀਏ ਵੀ ਹੁਣ ਕਿਹੜਾ ਵੇਖਦਾ, ਤਾਂ ਫਿਰ ਉਹ ਕਦੇ ਵੀ ਆਨੰਦ ਨਹੀਂ ਪਾ ਸਕਦੀ। ਉਹ ਜੀਵ ਆਤਮਾ, ਉਹ ਜੀਵ ਇਸਤਰੀ, ਦੋਨਾਂ ਦੀ ਗੱਲ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਪ੍ਰੀਤਮ ਜੀ ਕਹਿੰਦੇ, ਤਾਂ ਹੀ ਤੂੰ ਆਨੰਦ ਮਾਣ ਸਕਦੀ ਹੈ ਜੇ ਸੱਚ ਨਾਲ ਤੇ ਸ਼ਬਦ ਨਾਲ, ਦੁਨਿਆਵੀ ਤੌਰ ਤੇ ਸੱਚ ਨਾਲ, ਅਧਿਆਤਮਿਕ ਤੌਰ ਤੇ ਗੁਰੂ ਦੇ ਬਖਸ਼ੇ ਸ਼ਬਦ ਨਾਲ ਪਿਆਰ ਕਰੇ। ਸਾਚ ਸ਼ਬਦ ਸੁਖ ਨੇਹ, ਨੇਹ ਹੁੰਦਾ ਪਿਆਰ। ਰਹਾਉ ਫਿਰ ਪਰਦੇਸੀ ਜੇ ਥੀਐ, ਧਨ ਵਾਂਢੀ ਝੂਰੇ। ਉਹ ਜੀਵ ਇਸਤਰੀ ਜਿਹੜੀ ਆਪਣੇ ਮਾਲਕ ਤੋਂ ਵਿਛੜ ਗਈ ਆ, ਜੇ ਉਹਦਾ ਪਤੀ ਪਰਦੇਸ਼ਾਂ ਵਿੱਚ ਹੈ ਤਾਂ ਜੀਵ ਇਸਤਰੀ ਨੂੰ ਝੂਰਨਾ ਚਾਹੀਦਾ। ਭਾਵ ਯਾਦ ਕਰਨਾ ਚਾਹੀਦਾ ਕਿ ਮੈਨੂੰ ਕਦੋਂ ਮਿਲਾਪ ਹੋਵੇਗਾ। ਜਿਵੇਂ ਕੋਈ ਇਸਤਰੀ ਆਪਣੇ ਵਿਦੇਸ਼ ਗਏ ਪਤੀ ਨੂੰ ਯਾਦ ਕਰਦੀ ਆ, ਇਸੇ ਤਰ੍ਹਾਂ ਸਾਨੂੰ ਹਰ ਵੇਲੇ ਇਹ ਝੂਰਨਾ ਚਾਹੀਦਾ ਕਿ ਮੇਰਾ ਪਰਮੇਸ਼ਰ ਨਾਲ ਮਿਲਾਪ ਕਦੋਂ ਹੋਊਗਾ। ਹਾਂ ਤੁਮਰੀ ਕਰੋ ਨਿਤਿਆਸ ਪ੍ਰਭ ਮੋਹੇ ਕਬ ਗਲ ਲਾਵੋਗੇ, ਮੈਨੂੰ ਕਦੋਂ ਗਲੇ ਲਾਓਗੇ। ਪਰ ਆਪਾਂ ਤਾਂ ਝੂਰਦੇ ਨਹੀਂ, ਆਪਾਂ ਦੁਨੀਆ ਵਿੱਚ ਮਸਤ ਹਾਂ, ਨਸ਼ਿਆਂ ਵਿੱਚ ਮਸਤ ਹਾਂ, ਵਿਸ਼ੇ ਵਿਕਾਰਾਂ 'ਚ ਮਸਤ ਹਾਂ। ਆਪਣੇ ਤੇ ਯਾਦ ਚੇਤੇ ਨਹੀਂ ਰੱਬ, ਨਾ ਮੌਤ ਯਾਦ ਹੈ ਨਾ ਰੱਬ ਯਾਦ ਹੈ। ਪਰ ਪਾਤਸ਼ਾਹ ਕਹਿੰਦੇ ਮਨੁੱਖ ਨੂੰ ਇਸ ਵਿਸ਼ੇ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਆਪਣੇ ਮਾਲਕ ਨੂੰ ਕਦੋਂ ਮਿਲੂੰਗੀ। ਇੱਕ ਸੰਸਾਰੀ ਇਸਤਰੀ ਆਪਣੇ ਪਤੀ ਤੋਂ ਵਿਛੜ ਕੇ ਝੂਰਦੀ ਆ। ਪੰਜਵੇਂ ਪਾਤਸ਼ਾਹ ਜੀ ਕੁਝ ਸਮੇਂ ਵਾਸਤੇ ਵਿਛੜੇ ਸਨ। ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਹੁਕਮ ਲਾ ਕੇ ਵਿਆਹ ਦੇ ਵਿੱਚ ਲਾਹੌਰ ਭੇਜਤਾ ਸੀ ਤੇ ਹੁਕਮ ਕਰਤਾ ਕਿ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ। ਵਿਆਹ ਸਮਾਪਤ ਹੋ ਗਿਆ, ਉਦੋਂ ਮਹੀਨਾ ਵਿਆਹ ਵਿੱਚ ਲੰਘ ਜਾਂਦਾ ਸੀ। ਕਹਿੰਦੇ ਵਿਆਹ ਤੋਂ ਬਾਅਦ ਤੁਸੀਂ ਉੱਥੇ ਧਰਮਸ਼ਾਲਾ ਵਿੱਚ ਬੈਠ ਕੇ ਸਤਸੰਗ ਕਰਿਓ। ਉਹ ਵੀ ਸ਼ੁਰੂ ਕਰਤੀ। ਫਿਰ ਵੀ 6 ਮਹੀਨੇ ਬੀਤ ਗਏ, ਸੱਦਿਆ ਹੀ ਨਹੀਂ ਬਾਪੂ ਨੇ। ਅਖੀਰ ਫਿਰ ਚਿੱਠੀ ਲਿਖ ਕੇ ਭੇਜਣਾ ਪਿਆ ਕਿ ਮੇਰਾ ਹੁਣ ਜੀ ਨਹੀਂ ਲੱਗਦਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ, ਮੇਰਾ ਹੁਣ ਜੀ ਨਹੀਂ ਲੱਗਦਾ ਤੁਹਾਡੇ ਦਰਸ਼ਨਾਂ ਬਿਨਾਂ, ਮੈਨੂੰ ਸੱਦ ਲਓ। ਚਿੱਠੀ ਰਾਹ ਦੇ ਵਿੱਚ ਹੀ ਪ੍ਰਿਥੀ ਚੰਦ ਨੇ ਖੋਟੇ ਨੇ ਆਪਣੇ ਖੀਸੇ 'ਚ ਪਾ ਲਈ। ਕੋ ਸਤਨਾਮ ਸ੍ਰੀ। ਕਿਉਂਕਿ ਜਿਹੜਾ ਸਿੱਖ ਲੈ ਕੇ ਆਇਆ ਮੋਹਤਵਰ ਪ੍ਰਿਥੀ ਚੰਦ ਬਣਿਆ ਹੋਇਆ ਸੀ। ਗੁਰੂ ਸਾਹਿਬ ਤਾਂ ਸੰਗਤਾਂ ਨੂੰ ਤਾਰਨ ਤੇ ਲੱਗੇ ਹੋਏ ਸੀਗੇ। ਪ੍ਰਬੰਧਕ ਪ੍ਰਿਥੀ ਚੰਦ ਸੀਗਾ, ਗੁਰੂ ਪੁੱਤਰ ਸੀ, ਵੱਡਾ ਸੀ, ਘਰ ਦੇ ਵਿੱਚ ਇਹੋ ਹੀ।
चिट्ठी इन्हें लघोली तो फिर पातशाह ने कुछ समा उड़ीकिया। पंजवें पातशाह ने फिर दूजी चिट्ठी लिखी, मोहे रह न बिहावे नींद न आवे, बिन देखे गुरदरबारे जियो, मेरी रात नहीं लंघदी। ਉਹ ਵੀ फिर ਪ੍ਰਿਥੀ ਚੰਦ ਦੇ ਹੱਥ ਆ ਗਈ, ਉਹਨੇ फिर ਨਾ ਪਹੁੰਚਾਈ ਸਤਿਗੁਰਾਂ ਦੇ ਕੋਲ। ਤੀਜੀ ਚਿੱਠੀ ਦੇ ਕੇ फिर ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਲਾਹੌਰ ਤੋਂ ਭੇਜਿਆ ਤੇ ਕਿਹਾ ਹੁਣ ਤੂੰ ਪ੍ਰਿਥੀ ਚੰਦ ਨੂੰ ਚਿੱਠੀ ਨਹੀਂ ਦੇਣੀ ਹੈ, ਸਿੱਧੀ ਪਾਤਸ਼ਾਹ ਨੂੰ ਦੇਣੀ ਹੈ। ਉਹ ਚ ਲਿਖਿਆ ਸੀ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਤੇਰਾ ਉਹ ਘਰ ਕਿੱਡਾ ਸੋਹਣਾ ਜਿੱਥੇ ਤੂੰ ਰਹਿਣਾ ਹੈ। ਹੁਣ ਇਹ ਸ਼ਬਦ ਦੇ ਅਰਥ ਪੰਜਵੇਂ ਪਾਤਸ਼ਾਹ ਦੇ ਰਾਮਦਾਸ ਜੀ ਤੇ ਲੱਗ ਜਾਣਗੇ। ਜੇ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਤੇ ਆਪਣੇ ਅਰਥ ਪਰਮੇਸ਼ਰ ਤੇ ਲੱਗਣਗੇ ਵੀ ਧੰਨ ਹੈ ਜਿੱਥੇ ਤੂੰ ਰਹਿਣਾ, ਕਦੇ ਮੈਨੂੰ ਵੀ ਉੱਥੇ ਬੁਲਾ ਲੇਗਾ। ਕਹੋ ਸਤਨਾਮ ਸ੍ਰੀ। ਤੋ ਇਸ ਕਰਕੇ ਗੁਰੂ ਪਿਆਰਿਓ ਸਾਨੂੰ ਸੋਚਣਾ ਚਾਹੀਦਾ ਇਸ ਵਿਸ਼ੇ ਤੇ ਕਿ ਜਿੱਥੋਂ ਅਸੀਂ ਆਏ ਹਾਂ ਉੱਥੇ ਵਾਪਸ ਕਿਵੇਂ ਜਾਵਾਂਗੇ। ਫਿਰ ਪਰਦੇਸੀ ਜੇ ਥੀਏ, ਜੇ ਸਾਡਾ ਮਾਲਕ ਪਰਦੇਸਾਂ ਵਿੱਚ ਹੈ ਤੇ ਸਾਨੂੰ ਯਾਦ ਕਰਨਾ ਚਾਹੀਦਾ ਹੈ। ਪਰ ਅਸੀਂ ਮਾਲਕ ਨੂੰ ਯਾਦ ਕਰਨ ਦੀ ਬਜਾਏ, ਮਾਲਕ ਦੇ ਕੋਲੋਂ ਅਧਿਆਤਮਕ ਸੁੱਖ ਲੈਣ ਦੀ ਬਜਾਏ ਅਸੀਂ ਤਾਂ ਛੋਟੇ ਛੋਟੇ ਟੋਬਿਆਂ ਵਿੱਚ ਫਿਰਦੇ ਹਾਂ। ਜਿਉਂ ਜਲ ਥੋੜੈ ਮਾਛਲੀ, ਜਿਵੇਂ ਮਛਲੀ ਥੋੜ੍ਹੇ ਪਾਣੀ ਦੇ ਵਿੱਚ ਦੁਖੀ ਹੋ ਜਾਂਦੀ ਆ ਕਿਉਂਕਿ ਥੋੜ੍ਹਾ ਪਾਣੀ ਸੂਰਜ ਦੀ ਗਰਮੀ ਨਾਲ ਤਪ ਜਾਂਦਾ ਹੈ। ਥੋੜ੍ਹੇ ਪਾਣੀ ਵਿੱਚੋਂ ਸ਼ਿਕਾਰੀ ਜਦੋਂ ਮਰਜੀ ਮੱਛੀ ਨੂੰ ਫੜ ਸਕਦੇ ਆ, ਤੇ ਜੇ ਇਹੀ ਮੱਛੀ ਸਮੁੰਦਰ ਸਾਗਰ 'ਚ ਹੋਵੇ, ਨਾ ਉਹ ਗਰਮ ਹੋਵੇ ਤੇ ਨਾ ਹੀ ਉਹਦੇ ਵਿੱਚੋਂ ਕੋਈ ਛੇਤੀ ਨੂੰ ਲੱਭ ਸਕੇ। ਜਿਉਂ ਜਲ ਥੋੜੈ ਮਾਛਲੀ ਕਰਨ ਪਲਾਵ ਕਰੇ, ਫਿਰ ਭਾਵੈ ਸੁਖ ਪਾਈਐ ਜੇ ਆਪੇ ਨਦਰ ਕਰੇ। ਇਹ ਜੀਵ ਇਸਤਰੀ, ਜੀਵ ਮੱਛੀ ਜਿਹੜੀ ਹੈ, ਇੱਥੇ ਆਪਾਂ ਨੂੰ ਮੱਛੀ ਕਹਿ ਦਿੱਤਾ, ਆਪਣੀ ਆਤਮਾ ਨੂੰ ਇੱਥੇ ਮੱਛੀ ਕਹਿਤਾ ਮਨ ਨੂੰ। ਜਿਵੇਂ ਸਾਡਾ ਮਨ ਛੋਟੇ ਛੋਟੇ ਥਾਵਾਂ ਤੋਂ ਸੁੱਖ ਭਾਲਦਾ ਹੈ। ਕਬੀਰ ਸਾਹਿਬ ਜੀ ਇਸੇ ਵਿੱਚ ਕਹਿੰਦੇ, ਪੋਖਰ ਪੋਖਰ ਢੂੰਡਤੇ ਭਲੋ ਨ ਕਹੇ ਹੈ ਕੋਏ। ਜੀਵ ਨੂੰ ਕਹਿੰਦੇ ਪਰਮੇਸ਼ਰ ਵਿੱਚ ਢੁਕ ਜਾ, ਤੈਨੂੰ ਕਲਯੁਗ ਲੱਭ ਨਹੀਂ ਸਕੇਗਾ। ਜਿਵੇਂ ਕੋਈ ਮੱਛੀ ਸਾਗਰ ਦੇ ਵਿੱਚ ਵੜ ਜਾਵੇ ਤੇ ਸ਼ਿਕਾਰੀ ਲੱਭਣ ਵਾਲੇ ਜਦ ਬਾਰ-ਬਾਰ ਜਾਲ ਸਿੱਟਦੇ ਆ, ਮੱਛੀਆਂ ਫਸਦੀਆਂ ਨਹੀਂ, ਫਿਰ ਕਹਿੰਦੇ ਆ ਪਤਾ ਨਹੀਂ ਕਿੱਥੇ ਮਰ ਗਈਆਂ, ਪਤਾ ਨਹੀਂ ਕਿੱਥੇ ਲੁਕ ਗਈਆਂ, ਥੱਲੇ ਚਲੀਆਂ ਗਈਆਂ, ਲੱਭਦੀਆਂ ਨਹੀਂ। ਦੁਨੀਆ ਮਾੜਾ ਕਹੂਗੀ ਪਰ ਕੋਈ ਗੱਲ ਨਹੀਂ, ਫਿਕਰ ਨਾ ਕਰ, ਤੂੰ ਲੁਕ ਜਾ ਪਰਮੇਸ਼ਰ ਸਮੁੰਦਰ ਦੇ ਵਿੱਚ। ਕਹੋ ਸਤਨਾਮ ਸੀ। ਮੌਤ ਦੇ ਹੱਥ ਨਹੀਂ ਆਏਗਾ ਜੀਵ, ਤੂੰ ਕਾਲ ਦੇ ਹੱਥ ਨਹੀਂ ਆਏਗਾ ਜੇ ਤੂੰ ਬਚਣਾ ਹੈ। ਭਾਵੇਂ ਕਿ ਤੈਨੂੰ ਲੱਭਣ ਵਾਲੇ ਚੰਗਾ ਨਹੀਂ ਕਹਿਣਗੇ, ਪਰ ਤੂੰ ਆਪਣੀ ਜਾਨ ਬਚਾ, ਬਾਰ-ਬਾਰ ਜੰਮਣ ਮਰਨ ਤੋਂ ਬਚ। ਦੁਨੀਆ ਨੇ ਚੰਗਾ ਨਹੀਂ ਕਹਿਣਾ। ਭੁੱਖਰ ਪੋਖਰ, ਪੋਖਰ ਢੂੰਡ ਤੇ ਪੋਖਰ ਵੀ ਤਲਾਅ ਨੂੰ ਕਹਿੰਦੇ ਆ। ਤਾਂ ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿਆ ਕੋਈ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਫਿਰ ਪਾਵੇ ਸੁਖ ਪਾਈਐ ਜਾਇ ਆਪੇ ਨਦਰ ਕਰੇ। ਜਿੱਦੇ ਤੂੰ ਮਾਲਕ ਨੂੰ ਭਾ ਗਈ, ਪਰਮੇਸ਼ਰ ਨੂੰ ਭਾ ਗਈ, ਤੈਨੂੰ ਸਾਰੇ ਅਧਿਆਤਮਕ ਸੁੱਖ ਮਿਲ ਜਾਣਗੇ ਜਦੋਂ ਤੇਰੇ ਵੱਲ ਉਸਨੇ ਹੱਸ ਕੇ ਦੇਖ ਲਿਆ। ਕਿਸੇ ਨੂੰ ਮਿਲਣ ਗਏ ਆ, ਜੇ ਅੱਗੋਂ ਅਗਲਾ ਖੁਸ਼ ਹੋ ਕੇ ਮਿਲੇ ਤੇ ਮਨ ਨੂੰ ਸ਼ਾਂਤੀ ਸੁੱਖ ਆਉਂਦਾ ਹੈ, ਤੇ ਜੇ ਅੱਗਾ ਅਗਲੋ ਟੇਢਾ ਝਾਕੇ ਤੇ ਫਿਰ ਕਹਿੰਦੇ ਯਾਰ ਕਿ ਨਾ ਹੀ ਆਉਂਦੇ ਇੱਥੇ, ਤਾਂ ਕਹੋ ਸਤਨਾਮ ਸ੍ਰੀ, ਨਾ ਹੀ ਆਉਂਦੇ। ਇਸ ਤਰ੍ਹਾਂ ਜਦੋਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਪੈ ਗਈ, ਮੁਸਕਰਾ ਕੇ ਹੱਸ ਕੇ, ਜਦ ਗੁਰੂ ਨੇ ਸਾਡੇ ਵੱਲ ਦੇਖ ਲਿਆ, ਉਹਨੂੰ ਕਹਿੰਦੀ ਆ ਕਿਰਪਾ ਦ੍ਰਿਸ਼ਟੀ। ਜਦ ਕਿਰਪਾ ਦ੍ਰਿਸ਼ਟੀ ਪੈ ਗਈ ਤਾਂ ਫੇਰ ਤੈਨੂੰ ਸੁੱਖ ਮਿਲ ਸਕਦੇ ਆ, ਜਦੋਂ ਮਾਲਕ ਤੇਰੇ ਤੇ ਖੁਸ਼ ਹੋ ਗਿਆ। ਤੇ ਆ ਸਾਰਾ ਕੁਝ ਜਿੰਨਾ ਕੁਝ ਕਰਦੇ ਆ, ਤੜਕੇ ਅੰਮ੍ਰਿਤ ਵੇਲੇ ਤੋਂ ਉੱਠ ਕੇ ਸ਼ਾਮਾਂ ਤੱਕ ਜ਼ਿੰਦਗੀ ਭਰ ਦਾਨ ਪੁੰਨ ਬਾਣੀ ਪੜ੍ਹਨੀ, ਹੋਰ ਝਾੜੂ ਮਾਰਨੇ, ਸੇਵਾ ਕਰਨੀ, ਇਹਦਾ ਇੱਕੋ ਇੱਕ ਮਕਸਦ ਹੈ, ਮੇਰੇ ਤੇ ਮਾਲਕ ਖੁਸ਼ ਹੋ ਜਾਵੇ। ਤੇ ਜੀ ਤੇ ਮਾਲਕ ਖੁਸ਼ ਹੋ ਗਿਆ, ਉਹਨੂੰ ਸਭ ਕੁਝ ਮਿਲ ਗਿਆ। ਭਾਈ ਗੋਪਾਲਾ ਜੀ ਤੇ ਮਾਲਕ ਖੁਸ਼ ਹੋ ਗਿਆ ਤੇ ਉਸ ਨੂੰ ਸ੍ਰਿਸ਼ਟੀ ਦਾ ਮਾਲਕ ਹੀ ਬਣਾਉਣ ਲੱਗੇ ਸੀ। ਉਹ ਤਾਂ ਦੂਸਰੀ ਗੱਲ ਹੈ ਕਿ ਉਹਨਾਂ ਦਾ ਧਿਆਨ ਹੱਲਿਆ ਤੇ ਘੋੜੇ ਤੇ ਚਲਿਆ ਗਿਆ। ਕੋ ਸਤਨਾਮ ਸ੍ਰੀ। ਮੇਰੇ ਪ੍ਰੀਤਮ ਜੀ ਕਹਿੰਦੇ, ਭਲਿਓ ਆਓ ਉਸ ਮਾਲਕ ਨੂੰ ਖੁਸ਼ ਕਰੀਏ। ਤੇ ਖੁਸ਼ ਕਰਨ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ? ਅਸਲ ਵਿੱਚ ਉਹ ਤਾਂ ਬਹੁਤ ਕੁਛ ਕਰਦੇ ਆ, ਪਰ ਪਾਤਸ਼ਾਹ ਕਹਿੰਦੇ ਇਹੋ ਕਰੋ, ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ।
ਆਪਣੇ ਵਰਗੀਆਂ ਦੇ ਕੋਲ ਬੈਠ ਕੇ ਆਪਣੇ ਮਾਲਕ ਦੀਆਂ ਗੱਲਾਂ ਕਰਿਆ ਕਰ। ਆ ਕਰੀ ਜਾਂਦੇ ਨਾ ਆਪਾਂ, ਹੁਣ ਸ਼ਾਮ ਦੀ ਕਥਾ ਹੁੰਦੀ ਆ ਉਦੋਂ ਵੀ ਆਪਾਂ ਉਹਦੀਆਂ ਗੱਲਾਂ ਕਰਦੇ ਆ, ਹੁਣ ਵੀ ਕਰਦੇ ਆ। ਕੁੜੇ ਹੇ ਜੀਵ ਇਸਤਰੀ, ਤੂੰ ਆਪਣੀਆਂ ਸਹੇਲੀਆਂ ਭਾਵ ਗੁਰਮੁਖਾਂ ਕੋਲੇ ਬੈਠ ਕੇ ਗੁਰਮੁਖਾਂ ਨੇ ਰੱਬ ਦੀ ਗੱਲ ਕਰਨੀ ਆ। ਸੇ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ। ਗੁਰਮੁਖਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਮਾਲਕ ਦੀਆਂ ਗੱਲਾਂ ਕਰਨੀਆਂ। ਇਸੇ ਨੂੰ ਸਤ ਸੰਗਤ ਕਹਿੰਦੇ ਆ। ਸੱਚ ਦੀ ਗੱਲ ਕਰਨੀ, ਉਹਦੀ ਸਿਫਤ ਸਲਾਹ ਕਰਨੀ। ਉਹ ਕਿਵੇਂ ਵੀ ਕਰ ਸਕਦੇ ਹੋ, ਤੜਕੇ ਨਿਤਨੇਮ ਨਾਲ ਵੀ ਕਰ ਸਕਦੇ ਹੋ। ਆਪਣੀਆਂ ਸਹੇਲੀਆਂ ਨੂੰ ਕੋਲੇ ਬਿਠਾ ਕੇ, ਕਿਹੜੀਆਂ ਸਹੇਲੀਆਂ, ਹੁਣ ਤੜਕੇ ਤੜਕੇ ਕਿਹੜੀਆਂ ਸਹੇਲੀਆਂ ਮਿਲਣਗੀਆਂ। ਇਹ ਪੰਜੇ ਕਰਮ ਇੰਦਰੇ, ਪੰਜੇ ਗਿਆਨ ਇੰਦਰੇ, ਇਹਨਾਂ ਨੂੰ ਆਪਣੇ ਕੋਲ ਬਿਠਾ ਕੇ ਸਿਫਤ ਸਲਾਹ ਕਰਨੀ। ਕਹੋ ਸਤਿਨਾਮ ਸ੍ਰੀ। ਜ਼ਬਾਨ ਦੇ ਨਾਲ ਬੋਲਣਾ, ਕੰਨਾਂ ਦੇ ਨਾਲ ਸੁਣਨਾ, ਅੱਖਾਂ ਦੇ ਨਾਲ ਦੇਖਣਾ, ਇਹ ਵੀ ਸਾਡੀ ਇੰਦਰੇ ਜਿਹੜੇ ਆ ਆਤਮਾ ਦੀਆਂ ਸਹੇਲੀਆਂ ਹੈ। ਜਦੋਂ ਇਹ ਸਾਥ ਨਹੀਂ ਦਿੰਦੀਆਂ ਉਦੋਂ ਹੀ ਆਤਮਾ ਫਸਦੀ ਹੈ ਵਿਚਾਰੀ। ਕੰਨ ਕਿਧਰੇ ਫਿਰਦੇ, ਅੱਖਾਂ ਕਿਧਰੇ ਫਿਰਦੀਆਂ, ਤੇ ਆਤਮਾ ਵਿਚਾਰੀ ਇਕੱਲੀ ਕੀ ਕਰੇ ਫਿਰ। ਪ੍ਰੀਤਮ ਜੀ ਦਾ ਬਚਨ ਹੈ, ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ। ਫਿਰ ਹੁੰਦਾ ਪਤੀ। ਕਾਇਆ ਦਾ ਪਤੀ ਸ਼ਬਦ ਹੈ ਤੇ ਕਾਮਣੀ ਇਸਤਰੀ ਦਾ ਪਤੀ ਮਨੁੱਖ ਹੈ। ਉਹ ਮਨੁੱਖ ਰੂਪੀ ਪਤੀ ਨਾਲ ਮਿਲ ਕੇ ਖੁਸ਼ ਰਹਿੰਦੀ ਹੈ, ਤੇ ਇਹ ਜੀਵ ਇਸਤਰੀ ਜਿਹੜੀ ਸਾਡਾ ਕਾਇਆ ਭਾਵ ਸਰੀਰ ਹੈ, ਇਹ ਸ਼ਬਦ ਨਾਲ ਜੁੜ ਕੇ ਖੁਸ਼ ਰਹੇਗਾ। ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ। ਫਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਮੈਂ ਪਹਿਲਾਂ ਬੇਨਤੀ ਕੀਤੀ ਕਿ ਗੁਰਬਾਣੀ ਨੂੰ ਸਮਝਾਉਣ ਵਾਸਤੇ ਨਾਲ ਨਾਲ ਸੰਸਾਰ ਦੀਆਂ ਉਦਾਹਰਨਾਂ ਹੈ। ਜੇ ਇਕੱਲੇ ਅਧਿਆਤਮਕ ਅਰਥ ਕਰੀਏ ਤੇ ਸ਼ਾਇਦ ਘੱਟ ਸਮਝ ਆਵੇ। ਇਸੇ ਕਰਕੇ ਪਾਤਸ਼ਾਹ ਜੀ ਨੇ ਬਾਣੀ ਇਸ ਢੰਗ ਨਾਲ ਉਚਾਰਨ ਕੀਤੀ ਹੈ ਕਿ ਨਾਲ ਸੰਸਾਰ ਦੀ ਉਦਾਹਰਨ ਰੱਖੀ ਹੈ। ਕਾਇਆ ਕਾਮਣ, ਕਾਮਣ ਇਸਤਰੀ, ਤੇ ਸਾਡੀ ਕਾਇਆ ਵੀ ਜੀਵ ਇਸਤਰੀ ਹੈ, ਦੇਹੀ ਹੈ। ਇਸਤਰੀ ਲਿੰਗ ਸ਼ਬਦ ਹੈ ਇਹ, ਤੇ ਇਹਦਾ ਪਤੀ ਸ਼ਬਦ ਹੈ। ਸ਼ਬਦ ਪੁਰਖ ਲਿੰਗ ਸ਼ਬਦ ਹੈ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਸੁਖੀ ਵਸਦੀ ਹੈ। ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ। ਜਦੋਂ ਤੂੰ ਮਾਲਕ ਦੀਆਂ ਗੱਲਾਂ ਕਰੇਂਗੀ ਤੈਨੂੰ ਰੰਗ ਚੜ ਜਾਊਗਾ, ਚਿਹਰੇ ਤੇ ਲਾਲੀ ਆ ਜਾਊਗੀ। ਆ ਡੁਪਲੀਕੇਟ ਲਾਲੀਆਂ ਲਾਉਣ ਦੀ ਲੋੜ ਨਹੀਂ ਪੈਣੀ, ਡੁਪਲੀਕੇਟ ਰੰਗ ਲਾਉਣ ਦੀ ਲੋੜ ਨਹੀਂ ਪੈਣੀ। ਉਹਦੀ ਸਿਫਤ ਕਰੇ ਰੰਗ ਲੱਗ ਜਾਣਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਬੜ ਭਾਗਾ, ਮੈਲਾ ਕਰੇ ਨਾ ਹੋਵੀ ਨਾ ਲਾਗੈ ਦਾਗਾ। ਤੇਰੇ ਚਿਹਰੇ ਤੇ ਉਹਦੇ ਨਾਮ ਦਾ ਰੰਗ ਚੜ ਜਾਵੇਗਾ। ਆਕਾਲਸ ਕਿਉਂ ਆਉਂਦੀ ਹੈ ਚਿਹਰਿਆਂ ਤੇ? ਦੁਖੀਆਂ, ਚਿੰਤਾ ਵਿੱਚ ਹਾਂ, ਈਰਖਾ ਚਾਂ, ਦਵੈਤ ਵਿੱਚ ਹਾਂ, ਤੇ ਸਾਡੇ ਚਿਹਰੇ ਕਾਲੇ ਪੀਲੇ ਜੇ ਪੈ ਜਾਂਦੇ ਆ। ਜਦੋਂ ਚਿੰਤਾ ਨਹੀਂ, ਕੋਈ ਟੈਨਸ਼ਨ ਨਹੀਂ, ਰੱਬ ਨਾਲ ਜੁੜਿਆ, ਭਜਨ ਬੰਦਗੀ ਕਰਦਾ ਹੈ, ਬੇਫਿਕਰ ਹੈ, ਉਹਨਾਂ ਦੇ ਚਿਹਰੇ ਲਾਲ ਹੁੰਦੇ ਆ, ਉਹਨਾਂ ਚਿਹਰੇ ਤੇ ਕਾਲਸ ਨਹੀਂ ਫਿਰਦੀ। ਇਸ ਕਰਕੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡਭਾਗਾ। ਉਹ ਲਾਲ ਰੰਗ ਨਾਮ ਦਾ ਰੰਗ ਵੀ ਹੈ, ਔਰ ਉਸ ਦੀ ਭਿਣਕ ਜਿਹੜੀ ਹੈ ਉਹਨਾਂ ਦੇ ਚਿਹਰਿਆਂ ਤੋਂ ਵੀ ਪੈ ਜਾਂਦੀ ਹੈ ਜਿਹੜੇ ਨਾਮ ਜਪਦੇ ਆ। ਕੋ ਸਤਨਾਮ ਸ੍ਰੀ। ਇਸ ਕਰਕੇ ਤਨ ਸੋਹੈ, ਤੇਰਾ ਸਰੀਰ ਸੋਹਣਾ ਲੱਗੂਗਾ। ਮਨ ਮੋਹਿਆ, ਤੇਰਾ ਮਨ ਮਾਲਕ ਨੂੰ ਭਾ ਜਾਵੇਗਾ, ਤੂੰ ਮਾਲਕ ਨੂੰ ਭਾ ਜਾਵੇਂਗੀ। ਪਰ ਭਾਵੇ ਕਿੱਥੇ, ਤਾਂ ਕੁਝ ਹੋਰ ਹੀ ਲੱਭਦੀ ਫਿਰਦੀ ਹੈ। ਜਿਉਂ ਜਲ ਥੋੜੇ ਮਛਲੀ, ਜਿਵੇਂ ਮਛਲੀ ਟੋਭੇ ਦੇ ਵਿੱਚ ਫਿਰਦੀ ਹੋਵੇ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨੀ ਦੂਰੇ। ਹਰ ਰਸ ਚੋਗ ਚੁਗੈ ਪ੍ਰਭਾਵੈ, ਸਾਗਰ ਮੈਂ ਹੰਸ ਪ੍ਰਾਨ ਪਤੀ ਪਾਵੈ। ਇਹ ਤਾਂ ਹੈ ਗੁਰਮੁਖਾਂ ਦੀ ਗੱਲ। ਤੇ ਹੁਣ ਦੂਜਿਆਂ ਦੀ ਗੱਲ ਵੀ ਸੁਣ ਲਓ। ਕਿਆ ਬਗ ਬਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਹੁਣ ਜਿਹੜੇ ਟੋਭੇ ਹੈ ਉੱਥੇ ਤਾਂ ਚਿੱਕੜ ਹੈ, ਤੇ ਮਾਨ ਸਰੋਵਰ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਆ। ਤੇ ਉਹ ਮਾਨ ਸਰੋਵਰ ਕਿੱਥੇ ਆ? ਦੁਨੀਆ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਗੁਰੂ ਕਹਿੰਦੇ ਇਹ ਸਤ ਸੰਗਤ ਹੀ ਮਾਨ ਸਰੋਵਰ ਹੈ। ਇੱਥੇ ਤੈਨੂੰ ਚਿੱਕੜ ਨਹੀਂ ਮਿਲੇਗਾ। ਕੋ ਸਤਨਾਮ ਸ੍ਰੀ। ਇੱਥੇ ਤੈਨੂੰ ਮਾਲਕ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨੀ ਦੂਰੇ। ਹਰ ਰਸ ਚੋਗ ਚੁਗੈ ਪ੍ਰਭਾਵੈ। ਤਾਂ ਇਸ ਤਰ੍ਹਾਂ
ਸਾਗਰ ਮੈਂ ਹੰਸ, ਸਾਗਰ ਸੰਸਾਰ ਹੈ ਤੇ ਨਾਮ ਜਪਣ ਵਾਲੀਆਂ ਰੂਹਾਂ ਹੰਸ ਹੈ ਤੇ ਇਹਦੇ ਵਿੱਚ ਰਹਿੰਦੀਆਂ ਉਸ ਮਾਲਕ ਨੂੰ ਪ੍ਰਾਪਤ ਕਰ ਸਕਦੀਆਂ। ਸਾਗਰ ਮੈਂ ਹੰਸ ਪ੍ਰਾਨ ਪਤ ਪਾਵੇ। ਪ੍ਰੀਤਮ ਜੀ ਅੱਗੇ ਕਹਿੰਦੇ ਭਲੀਏ ਤੂੰ ਆਪਣੇ ਪਿਆਰੇ ਦੀਆਂ ਗੱਲਾਂ ਕਰਿਆ ਕਰ ਬੈਠ ਕੇ ਕਿਸੇ ਆਪਣੇ ਵਰਗੀਆਂ ਸਹੇਲੀਆਂ ਨਾਲ। ਸਹੇਲੀ ਤੋਂ ਭਾਵ ਗੁਰਮੁਖ, ਗੁਰਮੁਖਾਂ ਨੇ ਗੁਰਮੁਖਾਂ ਦੀ ਸੰਗਤ ਕਰਨੀ ਹੈ। ਸਹੇਲੀ ਸ਼ਬਦ ਇਸਤਰੀ ਲਿੰਗ ਹੈ ਨਾ, ਕਿਉਂਕਿ ਇੱਥੇ ਸ਼ਬਦ ਇਸਤਰੀ ਲਿੰਗ ਵਿੱਚ ਵਰਤੇ ਜਾ ਰਹੇ ਆ ਸਾਰੇ, ਇਸ ਕਰਕੇ ਇੱਥੇ ਸਹੇਲੀ ਵਰਤਿਆ ਗਿਆ। ਸੇ ਪਿਆਰੀਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੀ ਆਵੇ। ਮੇਰੇ ਪ੍ਰੀਤਮ ਜੀ ਕਹਿੰਦੇ ਭਲਿਓ ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋ ਹੈ ਮਨ ਮੋਹਿਆ ਰਤੀ ਰੰਗ ਨਿਹਾਲ। ਸ਼ਬਦ ਸਵਾਰੀ ਸੋਹਣੀ, ਤੇ ਜਿਹੜੀ ਆਪਣੇ ਮਾਲਕ ਦੀ ਗੱਲ ਕਰੂਗੀ ਤੇ ਮਾਲਕ ਉਹਨੂੰ ਆਪਣਾ ਸ਼ਬਦ ਵੀ ਤਾਂ ਬਖਸ਼ੂਗਾ ਨਾ, ਤੇ ਮਾਲਕ ਉਸ ਦੇ ਅੰਦਰਲੇ ਔਗਣਾਂ ਦਾ ਖਾਤਮਾ ਕਰਕੇ ਉਸ ਨੂੰ ਵਿਕਾਰਾਂ ਚੋਂ ਕੱਢ ਲਵੇਗਾ, ਵਿਕਾਰਾਂ ਦਾ ਖਾਤਮਾ ਕਰ ਦੇਵੇਗਾ। ਮੈਂ ਬੇਨਤੀ ਕੀਤੀ ਸੀ ਪਾਤਸ਼ਾਹ ਜੀ ਨੇ ਪਿੱਛੇ ਕਿ ਜਦੋਂ ਸਾਡੇ ਮਨ ਵਿੱਚ ਝੂਠ ਹੁੰਦੀ ਹੈ ਉਹੀ ਤਨ ਫਿਰ ਜਿਹੜਾ ਝੂਠਾ ਹੋ ਜਾਂਦਾ। ਤੇ ਇੱਥੇ ਝੂਠਾ ਉਸ ਤਰ੍ਹਾਂ ਨਹੀਂ ਕਿ ਝੂਠਾ ਪਾਣੀ ਜਾਂ ਝੂਠੀ ਚਾਹ ਹੈ। ਕਹੋ ਸਤਨਾਮ। ਇੱਥੇ ਵਿਕਾਰ ਮਨ ਵਿੱਚ ਹਨ। ਵਿਕਾਰਾਂ ਦੀ, ਮਾੜੀ ਸੋਚ ਦੀ, ਮਾੜੇ ਖਿਆਲਾਂ ਦੀ ਜੜ ਜਿਹੜੀ ਆ ਮਨ 'ਚ ਲੱਗੀ ਆ, ਉਗਰ ਕੇ ਤਨ ਵਿੱਚ ਰੋਗ ਬਣ ਕੇ ਫੁੱਟਦੀ ਆ। ਜਿਵੇਂ ਸੱਤਾ ਬਲਵੰਡੇ ਨੂੰ ਹੰਕਾਰ ਹੋ ਗਿਆ, ਕੀਰਤਨ ਕਰਨਾ ਛੱਡ ਕੇ ਘਰੇ ਜਾ ਬੈਠੇ, ਮੁੜ ਕੇ ਆਏ ਨਹੀਂ। ਹੰਕਾਰ ਦੀ ਜੜ ਕਿੱਥੇ ਲੱਗੀ ਆ? ਮਨ 'ਚ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਫਿੱਟ ਗਏ ਤੇ ਬਿਮਾਰੀ ਕਿੱਥੇ ਪੈਦਾ ਹੋਈ? ਲੱਤਾਂ ਪੈਰਾਂ 'ਚੋਂ ਖੂਨ ਪਾਣੀ ਵਗਣ ਲੱਗਿਆ। ਉਹ ਹੰਕਾਰ ਜਿਹੜਾ ਸੀ ਫੁੱਟ ਕੇ ਪੌਦਾ ਬਣ ਕੇ ਬਾਹਰ ਆ ਗਿਆ ਬਿਮਾਰੀ ਦੇ ਰੂਪ 'ਚ। ਕਹੋ ਸਤਨਾਮ ਸ੍ਰੀ। ਇਸ ਕਰਕੇ ਗੁਰੂ ਨੇ ਕੀ ਕਰਨਾ? ਜਦ ਸ਼ਬਦ ਨਾਲ ਜੁੜਨਾ ਹੈ ਤੇ ਗੁਰੂ ਨੇ ਤੇਰੇ ਮਨ ਵਿੱਚੋਂ ਵਿਕਾਰਾਂ ਦੀਆਂ ਜੜ੍ਹਾਂ ਵੱਢਣੀਆਂ। ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ, ਭੱਜ ਜਾਓ ਹੁਣ ਤੁਸੀਂ, ਹੁਣ ਨਹੀਂ ਖੜ ਸਕਦੇ ਕਿਉਂਕਿ ਸਾਡਾ ਮਾਲਕ ਘਰੇ ਆ ਗਿਆ। ਹੁਣ ਕਹੋ ਸਤਨਾਮ। ਕੋ ਚੋਰ ਠੱਗ ਵੀ ਜਦ ਘਰੇ ਵੜੇ ਤੇ ਪਤਾ ਲੱਗ ਜਾਵੇ ਮਾਲਕ ਜਾਗ ਪਿਆ ਉਹ ਵੀ ਭੱਜ ਲੈਂਦੇ ਐ। ਤੇ ਜਿਹੜੇ ਚੋਰ ਸਾਡੇ ਹਿਰਦੇ 'ਚ ਵੜੇ ਨੇ, ਜਦੋਂ ਇੱਥੇ ਸ਼ਬਦ ਚੱਲ ਪਿਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇਹਨਾਂ ਨੂੰ ਵੀ ਭੱਜਣਾ ਪੈਣਾ। ਕੋ ਸਤਨਾਮ। ਹਨੇਰੇ ਕਮਰੇ 'ਚ ਬਲਬ ਜਗਾਉਂਦੀਆਂ ਹੀ ਠੂਹੇ ਕਿਰਲੀਆਂ ਆਦਿ ਇਹ ਭੱਜਣੇ ਸ਼ੁਰੂ ਹੋ ਜਾਂਦੇ ਆ। ਹੈ ਲਾਈਟ ਆ ਗਈ ਤੇ ਜਿੱਥੇ ਗਿਆਨ ਪੈਦਾ ਹੋ ਗਿਆ ਉੱਥੇ ਗਿਆਨ ਭੱਜਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਸਾਚੀ ਪ੍ਰੀਤਨ ਲਾਲ ਰਤੀ ਰੰਗ ਮਾਨਸੀ। ਜਦੋਂ ਇਹ ਜੀਵ ਇਸਤਰੀ ਆਪਣੇ ਮਾਲਕ ਦੇ ਨਾਲ ਜੁੜਦੀ ਹੈ, ਪਿਰਸਾ ਲਾਹੀ ਆਪਣਾ ਸਖੀ ਸਹੇਲੀ ਨਾਲ, ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੀਆਂ ਗੱਲਾਂ ਕਰਦੇ ਆ, ਉਹਦੀ ਸਿਫਤ ਸਲਾਹ ਕਰਦੇ ਆ, ਚਾਹੇ ਉਹਦੀਆਂ ਸਾਖੀਆਂ ਗਾਈਏ, ਚਾਹੇ ਉਹਦੀ ਸਿਫਤ ਕਰੀਏ, ਚਾਹੇ ਕਿਸੇ ਦਿੱਤੀ ਹੋਈ ਦਾਤ ਦਾ ਸ਼ੁਕਰੀਆ ਕਰਦੇ ਹੋਏ ਧੰਨ ਧੰਨ ਕਰਨ ਲੱਗ ਜਾਈਏ, ਇਹ ਉਹਦੀਆਂ ਸਿਫਤਾਂ ਸਾਰੀਆਂ ਹੀ। ਪ੍ਰੀਤਮ ਜੀ ਕਹਿੰਦੇ ਜਦੋਂ ਇਹ ਜੀਵ ਇਸਤਰੀ ਉਹਨੂੰ ਸਲਾਹੇਗੀ, ਸ਼ਬਦ ਸਵਾਰੀ ਸੋਹਣੀ, ਮਾਲਕ ਇਹਨੂੰ ਸੋਹਣੀ ਬਣਾ ਲਵੇਗਾ। ਕਿ ਕੋਈ ਇਸਤਰੀ ਆਪਣੇ ਮਾਲਕ ਦੇ ਹੁਕਮ ਵਿੱਚ ਚੱਲਦੀ ਹੈ ਸੰਸਾਰੀ ਤੌਰ ਤੇ, ਪਤੀ ਮਾਲਕ, ਕਿ ਪਤੀ ਫਿਰ ਉਸ ਨੂੰ ਵਧੀਆ ਵਧੀਆ ਸੂਟ ਤੇ ਵਧੀਆ ਵਧੀਆ ਸਮਾਨ ਆਪੇ ਨਹੀਂ ਲਿਆ ਕੇ ਦਿੰਦਾ, ਇਵੇਂ ਮਾਲਕ ਵੀ ਆਪੇ ਲਿਆ ਦਿੰਦਾ। ਫਿਰ ਲੈ ਫਿਰ ਜੇ ਤੂੰ ਮੇਰੀ ਸਿਫਤ ਕਰਦੀ ਹੈ ਤੈਨੂੰ ਮੈਂ ਆ ਲਿਆ ਕੇ ਦਿੰਦਾ ਸੋਹਣੀ ਵਸਤੂ। ਕੋ ਸਤਨਾਮ। ਪਰਮੇਸ਼ਰ ਵੀ ਏਦਾਂ ਹੀ ਕਰਦਾ। ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੋ ਕੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਹ ਸੰਸਾਰੀ ਉਦਾਹਰਨ ਸਮਝ ਆ ਗਈ ਨਾ। ਕੋਈ ਇਸਤਰੀ ਆਪਣੇ ਪਤੀ ਦੇ ਹੁਕਮ ਤੋਂ ਬਾਹਰ ਨਹੀਂ ਜਾਂਦੀ ਤੇ ਪਤੀ ਵੀ ਉਹਦੇ ਵਾਸਤੇ ਘੱਟ ਨਹੀਂ ਕਰਦਾ। ਕਹੋ ਸਤਨਾਮ ਸ੍ਰੀ। ਹਾਂ, ਸ਼ਬਦ ਸਵਾਰੀ ਸੋਹਣੀ। ਇਹ ਜੀਵ ਆਤਮਾ ਜਦੋਂ ਸ਼ਬਦ ਨਾਲ ਜੁੜਦੀ ਹੈ, ਮਾਲਕ ਇਹਨੂੰ ਅੰਦਰੋਂ ਬਾਹਰੋਂ ਸੋਹਣੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
फिर रावे गुण नाल। गुणां नूं इकट्ठे करके जो मालक नूं आरामदी है। हुण अगे मनमुखां दी गल सुन लो छोटी जी भी नाल, क्योंकि जिन्ना चिर सोने दे कोले पित्तल ना रखिया जावे उन्ना चिर दोनों के मुल का पता नहीं लगता। को सतनाम सी। हुण अगले पासे पित्तल की गल समझ लो। कामन काम न आवई खोटी अवगुण यार। जेड़ी कामन इस्त्री ते जीव इस्त्री दोनों की गल है। जेड़ी कामन इस्त्री चाहे वह मनुख चाहे इस्त्री चाहे जीव इस्त्री खोटी है, मालक दे नाल धोखा करदी है, मालक तो गोजी करदी है, मालक दी चोरी करदी है, मालक दे हुक्म अंदर चलदी नहीं, वो औगणा दी भरी हुई किसी काम दी नहीं। एक छोटी जी साखी इस विषय ते लिखी महापुरुषां ने। कहंदे एक इस्त्री जिहड़ी इसे तरह दी सी बड़ चलन, उन्हें किसी मड़ी मसाणी ते जाना ते उत्थे जाके उन्हें बेनतियां करनियां मेरा पति अन्ना हो जावे, महाराज मैं सुख देऊंगी। किते एक दिन उहदे पति ने किते कुदरती उन्हें पता लग गया ते उन्हें बैठ के सुन लिया ते दूजे दिन फिर वो पहुंची। 5-6 दिन हो गए, वो किते लोके बैठ गया, उन्हें फिर उही बेनती की मेरा पति अन्ना हो जाए फिर मैं जो मर्जी करा। किसी मड़ी मसाणी ते जाके ये गल्लां करदी आ। तां गुरु प्यारिओ ਉਹਦਾ पति आवाज बल के कहन लगे हो जाऊगा। तो ਉਹਨੂੰ कड़ा खरा 8 दिन कड़ा बना के खवा। वो बड़ी खुशी खुशी घरे कड़ा प्रसाद खवाउण लगी। जो 3-4 दिन बतीत होए, कहना मैनू दिसदा नहीं, पता नहीं क्यों अखां नूं की हो गया मेरियां नूं। क्यों हुण पता लग गया सीगा, हुण ਉਹਨੇ पखंड करना शुरू किया घर वाले ने। कहना मैनू दिसनों हटदा जांदा। वो खुश होई फिरे भी चलो शुक्र है अन्ना हो गया। हुण 8 दिन बाद वो कहना यार मैं दिसदा ही नहीं, मैं की करा। हुण जान के हथ पैर जे मारन लग पिया। हुण ਉਹਨੇ उस तो चोरी करनी शुरू की, घरों दाने चकने हट्टी ते सिੱਟੇ आने आदि आदि जो भी ਉਹਨੇ करना सीगा आपदे जाने अन्ना हो गया। हुण मेरी उत्थे अरदास सुन ली मड़ी वाले ने, क्योंकि गुरु तो इहो जिहियां पुठियां अरदासां नहीं सुनदा, गुरु तो सब दे भले दी सुनदा। को सतनाम श्री। जदों ने कई दिन वेखिया भी इहने तां घर नूं जिहड़ा है तंगली ला ली। तंगली लाउणा की हुंदा? घरों बाहर सिੱਟਣਾ। इन तां घर नूं तंगली ला ली है, समान चक चक बाहर सिੱਟਣ लग पई है। तां गुरु प्यारे उसने फिर एक दिन उसनूं ऐन मौके ते फड़ लिया जदों कोई चोरी कर रही सी, तो फिर उसने घरों कढ़ती। वो किधर जाऊगी फिर। इस तरह ही असीं भी जे मालक तो खोट वरतांगे, दिल विच खोट रखांगे, तो ना सुख पईए सहुरे झूठ जली बेकार। ना वो पेकियां दी बन सकती है, ना सहुरियां दी रह सकती है। हुण साडे भी 2 है, पेके ते सहुरे सारियां दे, मनुखां दे विच इस्त्रियां दे सारियां दे। ये संसार पेके है, सहुरे सचखंड है। पेकियां विच असीं मनुख बन के सुख भोग रहे हैं। सहुरे सचखंड तां जा सकते हैं जे गुरु विचोले नूं पुछ लईए, इहदे मुताबक चल पईए। जे साडी उम्र बतीत हो गई, उम्र टप गई, गुरु नूं मिले ना, गुरु वाले बने ना, जो गुरु नानक गुरु गोबिंद सिंह जो अज दे शहीदी दिहाड़े सानूं सिੱਖਿਆ दिंदे आ, वो मन्नी ना। जो गुरमत कहती है उसके मुताबक असीं साबत सूरत ना होए, गुरु वाले ना बने, गुरु दे लड़ ना लगे, उम्र तो मुक ही जानी है ना। तो खूह भी खाली हो जाते हैं कहते, तो साडी उम्र किन्नी क्या पता नहीं, सवेरे मुक जाए कि परसों मुक जाए। को सतनाम समास तो मुकते जा रहे हैं। जे असीं जल्दी जल्दी ये काम ना किया, मनुखा जिहड़ी छुट जाना, सचखंड जा नहीं सकने, फिर जावां किधर नूं। टेढ़ियां जूना विच ना पेकियां दे ना सहुरियां दे। को सतनाम श्री। पेवकड़ा तन खरी सियाणी, असीं इत्थे बड़े सियाणे बनदे आ। ते सह की मैं सार ना जानी, पर मालक दे बारे जानिया नहीं किसी ने। तो असीं कुछ भी नहीं आ। सहस सियाणपा लख होए तां इक ना चले नाल। उत्थे नहीं चलदियां सियाणपा, उत्थे तां गुरु दी मत चलनी है। कामन कामना आवई खोटी अवगुण यार, ना सुख पई है सहुर है।
ਝੂਠ ਜਲੀ ਬੇਕਾਰ, ਇਹਨੂੰ ਇਹਦੇ ਝੂਠ ਨੇ, ਇਹਦੇ ਖੋਟਾਂ ਨੇ, ਇਹਦੇ ਔਗਣਾ ਨਹੀਂ ਸਾੜ ਦਿੱਤਾ। ਦੁੱਖ ਦਿੱਤੇ ਜਿਹੜੇ ਉਹ ਆਪਣੀ ਝੂਠ ਚੋਂ ਹੀ ਪੈਦਾ ਕੀਤੇ। ਜਿਸ ਤਰ੍ਹਾਂ ਮੁਗਲਾਂ ਦਾ ਰਾਜ ਰਿਹਾ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ, ਤੇ ਜਦੋਂ ਉਹਨਾਂ ਦੇ ਰਾਜ ਵਿੱਚ ਇੱਧਰ ਬਾਬੇ ਨਾਨਕ ਦੇ ਬਰਾਬਰ ਬਾਬਰ ਸੀਗਾ, ਉਦੋਂ ਬਾਅਦ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਬਦਲਦੇ ਗਏ ਤਿਵੇਂ ਤਿਵੇਂ ਇਹਨਾਂ ਦੇ ਰਾਜ ਵੀ ਬਦਲਦੇ ਗਏ। 10ਵੇਂ ਪਾਤਸ਼ਾਹ ਵੇਲੇ ਔਰੰਗਜ਼ੇਬ ਆ ਗਿਆ, ਕੋ ਸਤਨਾਮ ਸ੍ਰੀ, ਔਰ ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ, ਜਿਸ ਨੇ ਕਿ ਦੇਸ਼ ਦੇ ਹੋਰ ਵੀ ਬਹੁਤ ਸਾਰੇ ਫਕੀਰਾਂ ਨੂੰ ਮਾਰਿਆ, ਸਰਮਦ ਵਰਗੇ ਫਕੀਰਾਂ ਨੂੰ, ਦਾਰਾ ਸ਼ਕੋਹ ਨੂੰ। ਉਸੇ ਔਰੰਗਜ਼ੇਬ ਦੇ ਹੁਕਮ ਨਾਲ ਵਜੀਦੇ ਵਰਗਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ, ਜਿਨ੍ਹਾਂ ਦੇ ਸੰਬੰਧ ਵਿੱਚ ਆਪਾਂ ਅੱਜ ਅਖੰਡ ਪਾਠ ਸਾਹਿਬ ਵੀ ਆਰੰਭ ਕਰਾਂਗੇ। ਚਮਕੌਰ ਦੀ ਜੰਗ ਦੇ ਸੰਬੰਧ 'ਚ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ। ਤਾਂ ਗੁਰੂ ਪਿਆਰਿਓ, ਹੋਇਆ ਕੀ ਅੱਗੇ ਚੱਲ ਕੇ ਫਿਰ 10ਵੇਂ ਪਾਤਸ਼ਾਹ ਨੇ ਜਦ ਵੇਖਿਆ ਕਿ ਇਹ ਹੁਣ ਰੱਖਣ ਦੇ ਯੋਗ ਨਹੀਂ, ਤੇ ਕਾਹੀ ਦਾ ਪੌਦਾ ਪੱਟ ਕੇ ਕਹਿ ਦਿੱਤਾ ਮੁਗਲਾਂ ਦੀ ਜੜ ਗਈ। ਜਦੋਂ ਕੋਈ ਏਦਾਂ ਕਰਦਾ, ਜਦੋਂ ਜ਼ੁਲਮ ਦੀ ਅੱਤ ਹੋ ਜਾਂਦੀ ਆ, ਜਦੋਂ ਇਹ ਰਾਜੇ ਆਪਣੀ ਮਨ ਮਰਜ਼ੀ ਕਰਦੇ ਆ, ਜਿੱਦ ਕਰਦੇ ਆ, ਜਿਵੇਂ ਅੱਜ ਦੀਆਂ ਸਰਕਾਰਾਂ ਵੀ ਭਾਰਤ ਦੀਆਂ ਆਪਣੀ ਚੇਤੇ ਅੜੀਆਂ ਹੋਈਆਂ, ਕੁਝ ਆਪਣੇ ਚਹੇਤਿਆਂ ਨੂੰ ਸੁੱਖ ਦੇਣ ਪਿੱਛੇ ਸੰਸਾਰ ਨੂੰ ਪਿੱਛੇ ਸਿੱਟਿਆ ਹੋਇਆ। ਤੇ ਫਿਰ ਜੋ ਗੁਰੂ ਗੋਬਿੰਦ ਸਿੰਘ ਨੇ ਉਦੋਂ ਕਿਹਾ ਹੁਣ ਨਹੀਂ ਵਰਤ ਸਕਦਾ, ਕੋ ਸਤਨਾਮ ਸੀ, ਉਹ ਤਾਂ ਸਦਾ ਵਾਸਤੇ ਕਹਿ ਗਏ, ਕੱਲੇ ਔਰੰਗੇ ਨੂੰ ਨਹੀਂ ਕਹਿ ਗਏ। ਉਹ ਤਾਂ ਜਦੋਂ ਵੀ ਕੋਈ ਔਰੰਗੇ ਵਰਗਾ ਆਵੇਗਾ ਉਹਦੀਆਂ ਜੜ੍ਹਾਂ ਏਦਾਂ ਪੱਟੀਆਂ ਜਾਣਗੀਆਂ ਜਿਵੇਂ ਉਹਨਾਂ ਦੀਆਂ ਖਤਮ ਹੋ ਗਈਆਂ, ਮੁਗਲਾਂ ਦਾ ਰਾਜ ਭਾਰਤ ਚੋਂ ਜਿਵੇਂ ਖਤਮ ਹੋ ਗਿਆ, ਕੋ ਸਤਨਾਮ ਸੀ। ਸਤਿਗੁਰਾਂ ਦੇ ਬਚਨ ਇੱਕ ਵਾਰੀ ਵਾਸਤੇ ਨਹੀਂ ਹੁੰਦੇ, ਅੱਜ ਵੀ ਉਹ ਬਚਨ ਉਵੇਂ ਚੱਲ ਰਹੇ ਨੇ। ਜਦੋਂ ਜਦੋਂ ਕੋਈ ਗਲਤ ਚੱਲੂਗਾ ਉਦੋਂ ਉਦੋਂ ਬਚਨ ਉੱਥੇ ਵਰਤ ਜਾਊਗਾ, ਕੋ ਸਤਨਾਮ ਸ੍ਰੀ। ਇਸ ਕਰਕੇ ਉਹ ਇਸਤਰੀਆਂ, ਇੱਥੇ ਹੁਣ ਮੈਂ ਇਸਤਰੀਆਂ ਦੀ ਗੱਲ ਨਾ ਕਰਾਂ, ਆਪਣੀ ਸਾਰਿਆਂ ਦੀ, ਉਹ ਸਰਕਾਰਾਂ ਵਿੱਚ ਵੀ ਜੀਵ ਆਤਮਾ ਹੈ, ਉਹਨਾਂ ਵਿੱਚ ਵੀ ਜੀਵ ਇਸਤਰੀ ਹੈ, ਸੋਡੇ 'ਚ ਵੀ ਹੈ, ਬੀਬੀਆਂ ਵਿੱਚ ਵੀ ਹੈ, ਮੇਰੇ 'ਚ ਵੀ, ਸਾਰਿਆਂ 'ਚ ਹੀ ਹੈ। ਉਹ ਕਾਮਣੀਆਂ, ਉਹ ਇਸਤਰੀਆਂ ਜਿਹੜੀਆਂ ਆਪਣੇ ਮਾਲਕ ਦੇ ਨਾਲ ਠੱਗੀ ਮਾਰਦੀਆਂ, ਧੋਖਾ ਕਰਦੀਆਂ, ਖੋਟੀਆਂ ਦਿਲ ਦੀਆਂ। ਕਾਮਣ ਕਾਮ ਨ ਆਵੇ ਖੋਟੀ ਅਵਗੁਣ ਯਾਰ, ਨਾ ਸੁਖ ਪਈ ਐ ਸਹੁਰੈ ਝੂਠ ਜਲੀ ਬੇਕਾਰ। ਉਹ ਆਪਣੀਆਂ ਗਲਤੀਆਂ ਕਰਕੇ ਆਪ ਹੀ ਸੜਦੀਆਂ। ਉਹੀ ਔਰੰਗਜ਼ੇਬ ਜਦ ਜ਼ਫਰਨਾਮਾ ਪੜ੍ਹਦਾ ਹੈ ਤੇ ਮਰਦਾ ਹੋਇਆ ਕਹਿੰਦਾ ਕਿ ਮੈਂ ਕੋਈ ਚੱਜ ਦਾ ਕੰਮ ਨਹੀਂ ਕੀਤਾ, ਮੇਰੀ ਕਬਰ ਦੇ ਉੱਤੇ ਕੋਈ ਦਰਖਤ ਨਾ ਲਾਇਓ, ਕੋਈ ਝਾੜੂ ਮਾਰਨ ਦੀ, ਦੀਵਾ ਜਗਾਉਣ ਦੀ ਲੋੜ ਨਹੀਂ, ਕਹੋ ਸਤਨਾਮ। ਪਛਤਾਉਂਦਾ ਹੋਇਆ ਮਰਿਆ। ਤੇ ਇਹੋ ਜਿਹੀਆਂ ਸਰਕਾਰਾਂ ਹਮੇਸ਼ਾ ਪਛਤਾਉਂਦੀਆਂ ਹੋਈਆਂ ਦੁਨੀਆ ਚੋਂ ਜਾਂਦੀਆਂ, ਬਈ ਸਾਨੂੰ ਰੱਬ ਨੇ ਰਾਜ ਦਿੱਤਾ ਪਰ ਸਾਨੂੰ ਰਾਜ ਕਰਨਾ ਨਹੀਂ ਆਇਆ, ਕਹੋ ਸਤਨਾਮ ਸ੍ਰੀ। ਚੱਲ ਫਿਰ ਟੇਢੀਆਂ ਜੂਨਾਂ ਵਿੱਚ ਜਿਵੇਂ ਭਾਈ ਦਇਆ ਸਿੰਘ ਹੋਰਾਂ ਨਾਲ ਗਿਆ ਹੋਇਆ ਕੁੱਤਾ ਔਰੰਗਜ਼ੇਬ ਨੂੰ ਕਹਿੰਦਾ ਹੈ, ਉਹ ਤੈਨੂੰ ਕੁੱਤਿਆਂ ਬਿੱਲੀਆਂ ਚੋਂ ਕੱਢ ਕੇ, ਟੇਢੀਆਂ ਜੂਨਾਂ ਚੋਂ ਕੱਢ ਕੇ ਬੰਦਾ ਬਣਾ ਕੇ ਰਾਜ ਦਿੱਤਾ ਸੀ, ਪਰ ਤੈਨੂੰ ਰਾਜ ਕਰਨਾ ਨਹੀਂ ਆਇਆ ਹੁਣ ਤੂੰ ਕੁੱਤਿਆਂ ਵਿੱਚ ਹੀ ਆ ਜਾ, ਕਹੋ ਸਤਨਾਮ, ਸਾਡੇ 'ਚ ਹੀ ਆ ਜਾ। ਹੁਣ ਫਿਰ ਉੱਥੇ ਹੀ ਜਾਣਾ ਟੇਢੀਆਂ ਜੂਨਾਂ ਵਿੱਚ, ਨਾ ਫਿਰ ਉਹ ਸਹੁਰਿਆਂ ਦੀ, ਨਾ ਪੇਕਿਆਂ ਦੀ, ਨਾ ਮਾਤ ਲੋਕ ਵਿੱਚ ਮਨੁੱਖਾ ਜਨਮ ਰਹਿਣਾ, ਤੇ ਨਾ ਸੱਚਖੰਡ ਪ੍ਰਾਪਤ ਹੋਣਾ। 84 ਲੱਖ ਜੂਨਾਂ ਫਿਰ ਪ੍ਰਾਪਤ ਹੋਣੀਆਂ। ਜੰਮਦੇ ਮਰਦੇ ਭਟਕਣਾ। ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਨਾ ਸੁਖ ਪਈ ਐ ਸਹੁਰੈ ਝੂਠ ਜਲੀ ਬੇਕਾਰ, ਆਵਨ ਵੰਜਨ ਡਾਖੜੋ। ਡਾਖੜਾ ਹੁੰਦਾ ਬੜਾ ਔਖਾ, ਆਉਣਾ ਜਾਣਾ, ਜੰਮਣਾ ਮਰਨਾ। ਫਿਰ ਇਹ ਟੇਢੀਆਂ ਜੂਨਾਂ ਵਿੱਚ ਆਉਣ ਜਾਣ ਦੇ ਚੱਕਰਾਂ ਵਿੱਚ, ਦੁੱਖਾਂ ਵਿੱਚ ਪੈ ਜਾਣੀ ਆ। ਕੌਣ? ਜਿਹਨੇ ਮਾਲਕ ਨੂੰ ਵਿਸਾਰਿਆ, ਉਹਨੂੰ ਮਾਲਕ ਨੇ ਛੋਡੀ ਕੰਤ ਵਿਸਾਰ ਜਾ, ਜਿੱਥੇ ਮਰਜੀ ਜਾ, ਤੂੰ ਮੇਰੇ ਕੰਮ ਦੀ ਨਹੀਂ ਹੁਣ, ਕਹੋ ਸਤਨਾਮ। ਬਹੁਤ ਸਾਰੀਆਂ ਲੜਕੀਆਂ ਆਪਣੀ ਮਨ ਮਰਜ਼ੀ ਕਰਕੇ, ਆਪਣੇ ਹੰਕਾਰ ਕਰਕੇ ਜਦ ਸਹੁਰਿਆਂ ਤੋਂ ਵਿਛੜ ਜਾਂਦੀਆਂ, ਸਾਰੀ ਉਮਰ ਵੀ ਕਈ ਵਾਰੀ ਉਹਨਾਂ ਦੀ ਪੇਕਿਆਂ 'ਚ ਬੈਠੇ ਪਛਤਾਉਂਦੀਆਂ ਲੰਘ ਜਾਂਦੀ ਆ, ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਇਹ ਤਾਂ ਉਦਾਹਰਨ ਹੈ, ਗੱਲ ਅਧਿਆਤਮਕ ਵੀ ਆ ਨਾਲ ਨਾਲ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਪਿਰ ਕੀ ਨਰ ਸੁਹਾਵਣੀ ਮੁੱਤੀ ਸੋ ਕਿਤ ਸਾਧ,
ਜਿਹੜੀ ਮਾਲਕ ਦੇ ਨਾਲ ਜੁੜੀ ਹੋਈ ਆ, ਜਿਹੜੀ ਪਰਮੇਸ਼ਰ ਨੂੰ ਆਪਣਾ ਮਾਲਕ ਮੰਨਦੀ ਆ, ਜਿਹੜੀ ਗੁਰੂ ਨੂੰ ਆਪਣਾ ਗੁਰੂ ਮੰਨ ਕੇ ਇਹਦੀ ਸਿੱਖਿਆ ਮੁਤਾਬਕ ਚੱਲਦੀ ਆ, ਜੀਵ ਆਤਮਾ ਜੀਵ ਇਸਤਰੀ, ਉਹ ਕਿਸੇ ਵੀ ਸੰਸਾਰ ਦੇ ਸਵਾਦਾਂ ਨਾਲ ਠੱਗੀ ਨਹੀਂ ਜਾਂਦੀ, ਉਹ ਨਹੀਂ ਠੱਗੀ ਜਾਂਦੀ। ਪਰ ਜਿਹੜੀ ਮਾਲਕ ਨੂੰ ਛੱਡ ਕੇ ਥਾਂ ਥਾਂ ਦੇ ਜੀਭਾਂ ਦੇ ਸਵਾਦਾਂ ਮਗਰ ਲੱਗ ਜਾਂਦੀ ਆ, ਹੁਣ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਖਾਣ ਵਾਸਤੇ ਉਹ ਖਾਓ, ਜੋ ਨਹੀਂ ਖਾਣ ਵਾਸਤੇ ਕਿਉਂ ਛੱਡਣਾ ਪੈਣਾ। ਐਸਾ ਮਦ ਮੋਲ ਨਾ ਪੀਚੇ, ਸ਼ਰਾਬ ਦੇ ਬਾਰੇ ਕਿਹਾ, ਜਿਤ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ, ਖਸਮ ਧੱਕੇ ਖਾਏ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਇਸਤਰੀ, ਉਹ ਜੀਵ ਆਤਮਾ ਕਦੇ ਵੀ ਮਾਲਕ ਦੇ ਕੰਮ ਨਹੀਂ ਆਉਂਦੀ। ਕਿਹੜੀ? ਬੋਲੇ ਫਾਦਲਬਾਦ, ਜਿਹੜੀ ਲੜਾਈਆਂ ਕਰਦੀ ਹੈ, ਝੂਠ ਬੋਲਦੀ ਹੈ, ਪਖੰਡ ਕਰਦੀ ਹੈ। ਦਰ ਕਰ ਢੋਈ ਨਾਲ ਹੈ, ਉਹਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ, ਨਾ ਦਰ ਦਰਗਾਹ ਵਿੱਚ, ਨਾ ਘਰ ਮਾਤਲੋਕ ਵਿੱਚ, ਦੋਨੇ ਥਾਵਾਂ ਤੇ ਟਿਕਾਣਾ ਨਹੀਂ ਮਿਲਦਾ। ਕੋ ਸਤਨਾਮ ਸ੍ਰੀ। ਦਰ ਦਾ ਮਤਲਬ ਦਰਗਾਹ ਤੋਂ ਹੈ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਤੋ ਪ੍ਰੀਤਮ ਜੀ ਕਹਿੰਦੇ ਉਹਨਾਂ ਨੂੰ ਕਦੇ ਵੀ ਦਰ ਘਰ ਢੋਈ ਨਹਿ ਮਿਲੇ, ਉਹਨਾਂ ਨੂੰ ਇੱਥੇ ਦੀ ਉੱਥੇ ਦੋਹਾਂ ਜਹਾਨਾਂ ਵਿੱਚ ਕਿਤੇ ਵੀ ਢੋਈ ਨਹੀਂ ਮਿਲਦੀ। ਫਿਰ ਸੱਤੇ ਬਲਵੰਡੇ ਹੋਰਾਂ ਨੂੰ ਕਿਤੇ ਟਿਕਾਣਾ ਨਹੀਂ ਮਿਲ ਰਿਹਾ ਸੀਗਾ। ਉਹ ਤਾਂ ਧੰਨਵਾਦ ਹੈ ਭਾਈ ਲੱਦੇ ਪਰਉਪਕਾਰੀ ਦਾ ਕਿ ਉਹਨੇ ਉਹਨਾਂ ਦੇ ਦੁੱਖ ਨੂੰ ਆਪਣੇ ਸਰੀਰ ਤੇ ਝੱਲ ਕੇ ਗੁਰੂ ਸਾਹਿਬ ਤੋਂ ਬਖਸ਼ਾਤਾ ਜਾ ਕੇ। ਕੋ ਸਤਨਾਮ ਸ੍ਰੀ। ਨਹੀਂ ਤਾਂ ਉਹਨੂੰ ਕਿਤੇ ਟਿਕਾਣਾ ਨਹੀਂ ਸੀ ਮਿਲਣਾ। ਸਰੀਰ ਫਿੱਟ ਗਿਆ ਸੀ ਔਰ ਗੁਰੂ ਪਿਆਰਿਓ ਉਹਨਾਂ ਨੂੰ ਕੋਈ ਸਿੱਖ ਮੂੰਹ ਨਹੀਂ ਸੀ ਲਾਉਂਦਾ। ਸੰਗਤਾਂ ਨੂੰ ਹੁਕਮ ਕਰਤਾ ਸੀ ਕਿ ਇਹ ਸੱਤਾ ਬਲਵੰਡਾ ਫਿੱਟ ਗਏ ਹਨ, ਇਹ ਹੰਕਾਰੀ ਹੋ ਗਏ, ਹੁਣ ਮੇਰੇ ਕੋਲ ਨਹੀਂ ਲੈ ਕੇ ਆਉਣੇ। ਪਰ ਚਲੋ ਫਿਰ ਪਰਮੇਸ਼ਰ ਨੇ ਪਰਉਪਕਾਰੀ ਵੀ ਸਾਜੇ ਹੈ ਦੁਨੀਆ ਵਿੱਚ। ਇਹ ਵੀ ਸਿੱਖ ਦੀ ਮੱਤ ਹੈ, ਗੁਰੂ ਦੀ ਬਖਸ਼ੀ ਮੱਤ ਹੈ, ਸਿੱਖ ਨੂੰ ਦਿੱਤੀ ਹੋਈ। ਤੋ ਲੱਦੇ ਨੇ ਉਹਨਾਂ ਦੀਆਂ ਮਿੰਨਤਾਂ ਸੁਣ ਕੇ ਉਹਨਾਂ ਨੂੰ ਬਖਸ਼ਾਤਾ, ਨਹੀਂ ਤਾਂ ਫਿਰ ਪਤਾ ਨਹੀਂ ਕਿੱਧਰ ਨੂੰ ਜਾਣਾ ਸੀ। ਜਿਸ ਤਰ੍ਹਾਂ ਦੁਨੀ ਚੰਦ ਗੁਰੂ ਨੂੰ ਛੱਡ ਕੇ ਚਲਿਆ ਗਿਆ ਤੇ ਘਰੇ ਜਾ ਕੇ ਮਰ ਗਿਆ, ਬਚ ਗਿਆ, ਉੱਥੇ ਜਾ ਕੇ ਮਰ ਗਿਆ। ਭਾਈ ਮਹਾ ਸਿੰਘ ਹੋਰੀ ਮਾਝੇ ਵਾਲੇ ਛੱਡ ਗਏ ਸੀ, ਉਹ ਤਾਂ ਜੇ ਕਿਤੇ ਭਾਈ ਮਹਾ ਸਿੰਘ ਨਾ ਬਖਸ਼ਾਉਂਦਾ ਤੇ ਅੱਜ ਮਾਝੇ ਵਾਲਿਆਂ ਲੋਕਾਂ ਨੇ ਕਿੱਦਾਂ ਦੀਆਂ ਗੱਲਾਂ ਕਰਨੀਆਂ ਸੀ। ਕੋ ਸਤਨਾਮ ਸਭ ਜਾਣਦੇ ਹੋ। ਇਹ ਤਾਂ ਗੁਰੂ ਨੇ ਬਖਸ਼ ਦਿੱਤੇ, ਭਾਈ ਮਹਾ ਸਿੰਘ ਦੇ ਕਹਿਣ ਤੇ ਸਾਰਾ ਮਾਝਾ ਬਖਸ਼ ਦਿੱਤਾ। ਠੀਕ ਹੈ ਮਹਾਸਿਆ, ਜੇ ਤੂੰ ਆਪਦੇ ਵਾਸਤੇ ਮੰਗਦਾ ਤੇ ਮੈਂ ਤੈਨੂੰ ਰਾਜੀ ਕਰਕੇ ਰਾਜਾ ਬਣਾ ਦਿੰਦਾ ਮਾਤਲੋਕ ਦਾ। ਪਰ ਮਹਾ ਸਿੰਘ ਕਹਿੰਦਾ ਨਹੀਂ ਮਹਾਰਾਜ, ਉਹ ਵਿਦਾਵਾ ਪਾੜ ਦਿਓ, ਮੈਨੂੰ ਕੱਲੇ ਨੂੰ ਨਹੀਂ, ਮੇਰੇ ਸਾਰੇ ਇਲਾਕੇ ਨੂੰ ਚਲਨੀ ਲਾਓ ਦੁਬਾਰਾ। ਕਹੋ ਸਤਨਾਮ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਹੈ ਕੋਈ, ਪੁੱਛੋ ਵਿਵੇਕੀਆਂ ਜਾਏ। ਪ੍ਰੀਤਮ ਜੀ ਅੱਗੇ ਕਹਿੰਦੇ ਉਹ ਜੀਵ ਆਤਮਾ, ਉਹ ਜੀਵ ਇਸਤਰੀ ਜਿਹੜੀ ਆਪਣੇ ਮਾਲਕ ਨਾਲ ਧੋਖਾ ਕਰਦੀ ਹੈ। ਹੁਣ ਮਾਲਕ ਤੋਂ ਜਿੰਨੇ ਮਰਜ਼ੀ ਅਰਥ ਕਰ ਲਓ, ਪਹਿਲਾ ਮਾਲਕ ਪਰਮੇਸ਼ਰ ਹੈ, ਮਾਲਕ ਗੁਰੂ ਹੈ, ਮਾਲਕ ਪਤੀ ਹੈ, ਮਾਲਕ ਉਹ ਵੀ ਹੈ ਜਿਨ੍ਹਾਂ ਦੇ ਕੋਲੇ ਅਸੀਂ ਨੌਕਰੀ ਕਰਦੇ ਹਾਂ। ਕੋ ਸਤਨਾਮ। ਉਹ ਵੀ ਮਜ਼ਦੂਰ ਦੇ ਮਾਲਕ ਹੁੰਦੇ ਆ ਨਾ। ਜਿਹੜਾ ਮਜ਼ਦੂਰ ਮਾਲਕ ਨੂੰ ਭਾ ਜਾਂਦਾ ਵੀ ਯਾਰ ਇਹ ਮੇਰੇ ਨਾਲ ਕਦੇ ਧੋਖਾ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਬੜੀ ਇਮਾਨਦਾਰ ਬੰਦਾ ਹੈ, ਉਹ ਮਾਲਕ ਉਹਨੂੰ ਕਦੇ ਵੀ ਆਪਣੇ ਦਰ ਤੋਂ ਹਟਾਉਂਦਾ ਨਹੀਂ। ਠੀਕ ਹੈ ਮਿੱਤਰਾ, ਤੂੰ ਚੱਲੀ ਚੱਲ, ਵਧੀਆ ਬੰਦਾ, ਤੂੰ ਮੈਨੂੰ ਬਹੁਤ ਠੀਕ ਲੱਗਿਆ। ਕੋ ਸਤਨਾਮ ਸੀ। ਇਸੇ ਤਰ੍ਹਾਂ ਹੀ ਉਸ ਮਾਲਕ ਦੇ ਨਾਲ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜੀ ਆਪਣੇ ਮਾਲਕ ਦੇ ਨਾਲ ਪਿਰਕੀ ਨਾਰ ਸੁਹਾਵਣੀ, ਜਿਹੜੀ ਮਾਲਕ ਮੁਤਾਬਕ ਚੱਲਦੀ ਹੈ, ਸੋਹਣੀ ਲੱਗਦੀ ਹੈ। ਮੁੱਤੀ ਸੋ ਕਿਤ ਸਾਧ, ਪਰ ਜੇ ਉਹੀ ਆਪਣੀ ਜੀਵ ਦੀਆਂ ਇੰਦਰੀਆਂ ਦੇ ਸਵਾਦਾਂ ਪਿੱਛੇ ਮਾਲਕ ਨੂੰ ਛੱਡ ਜਾਵੇ, ਜਿਵੇਂ ਗੁਰੂ ਸਾਹਿਬ ਦੇ ਸਮੇਂ ਮੁਗਲ ਜਿਹੜੇ ਸਨ, ਮੁਸਲਮਾਨ ਜਿਹੜੇ ਸਨ, ਹਿੰਦੁਸਤਾਨ ਦੀਆਂ ਬੇਅੰਤ ਇਸਤਰੀਆਂ ਦੀ ਬੇਅਦਬੀ ਕਰਦੀਆਂ ਸਨ। ਜਿੱਤੀਆਂ ਹੋਈਆਂ ਫੌਜਾਂ, ਹਾਰੀ ਹੋਈ ਫੌਜ ਦੀਆਂ ਇਸਤਰੀਆਂ ਦੀ ਬੇਅਦਬੀ ਕਰਦੀਆਂ ਸਨ। ਔਰ ਇੱਕ ਵਾਰੀ ਕਹਿੰਦੇ ਸਿੰਘਾਂ ਨੇ ਕਿਸੇ ਜੰਗ ਦੇ ਵਿੱਚ ਕਿਸੇ ਲੜਕੀ ਨੂੰ ਲੈ ਆਂਦਾ, ਮੁਸਲਮਾਨਾਂ ਦੀ, ਮੁਗਲਾਂ ਦੀ। ਗੁਰੂ ਸਾਹਿਬ ਨੂੰ ਪਤਾ ਲੱਗਿਆ, ਤਲਬਲੇ ਕਹਿੰਦੇ ਇੱਧਰ ਆਓ। ਹਾਂ ਮਹਾਰਾਜ, ਮੈਨੂੰ ਪਤਾ ਲੱਗਿਆ ਤੁਸੀਂ ਕੋਈ ਮੁਸਲਮਾਨ ਨੇ ਲੜਕੀ ਫੜ ਲਿਆ ਹੈ। ਮਹਾਰਾਜ ਉਹ ਕਿੰਨੀਆਂ ਕਿੰਨੀਆਂ ਲੈ ਜਾਂਦੇ ਤੇ ਇੱਕੋ ਲਿਆਏ ਆ। ਕਿੱਥੇ ਆ, ਲੈ ਕੇ ਆਓ ਇੱਧਰ। ਸਾਹਮਣੇ ਲਿਆਂਦੀ ਲੜਕੀ। ਉਹ ਭਲੇ ਹੋ,
हमने पंथ ले जानो उचेरे, असी उन्हां वर्गे थोड़ा ही बनना। कोई सतनाम, असी तो अपने पंथ नूं बहुत उच्चा लेके जाना चाहुंदे आ। मेरे सिखां दे विच औगण नहीं होना चाहिए। ये लड़की जिथों आई है घरे बा इज्जत छड्ड के आओ, इहनूं कोई सतनाम हुणे छड्ड के आओ। किड्डी वड्डी सोच है मेरे प्रीतम दसवें पातशाह जी। ते जेड़ा सिख उन्हां दे दस्से हुक्मां ते चलेगा नहीं, उहनूं मालक नूं किवें भावेगा ओह। कोई सतनाम सी। प्रीतम जी कहंदे दर का ढोई नाल है छुट्टी, दूजे साध दूसरे सवादां विच गुरु नूं छड्ड के अमृत कौड़ा कह के वेखिया मीठी शराबां पींदे आ। उन्हां नूं कहा सोल सुराही खंजर प्याला, बिंग कसाईयां दा सहना। ਉਹ ਜਿਵੇਂ ਕਸਾਈ ਕੋ ਬੱਕਰੇ ਨੂੰ ਮਾਰਦੇ ਨਾ, ਫਿਰ ਐਂ ਦੁੱਖ ਭੋਗਦੇ ਨੇ ਜਿਹੜੇ ਸ਼ਰਾਬਾਂ ਨੂੰ ਸਵਾਦ ਕਹਿੰਦੇ ਆ, ਅੰਮ੍ਰਿਤ ਨੂੰ ਕੌੜਾ ਕਹਿੰਦੇ ਆ। ਕੋ ਸਤਨਾਮ ਸੀ। ਅੰਮ੍ਰਿਤ ਕੌੜਾ ਵੇਖਿਆ ਮਿੱਠੀ, ਸਾਖਤ ਕੀਏ ਵਿਦ ਨੈਣੋ ਡੀਠੀ। ਮੇਰੇ ਪ੍ਰੀਤਮ ਜੀ ਕਹਿੰਦੇ ਭਲਿਓ आओ मालिक नाल जुड़िए। छुट्टी छुट्टड़ है ओह, मालिक ने घरों कढ़ती चल टेढ़ियां चूना विच। कई जन्म पे कीट पतंगा, कई जन्म गा जमीन कुरंगा, कई जन्म पंखी सर्प होयो, कई जन्म हैवर बिरख होयो। जा निकल जा घरों, तू मेरे काम दी नहीं। तैनूं तां मनुखा जून भी नहीं देनी। हुण मैं मनुखा देही भी नहीं तैनूं मिलनी, क्योंकि तू मनुखा देही विच रह के चज दे काम नहीं कीते। को सतनाम सी। आ देख लो सरकारां दे वल, ਜਦੋਂ ਜਦੋਂ ਇਦਾਂ ਦੀਆਂ ਸਰਕਾਰਾਂ ਆਉਂਦੀਆਂ ਤੇ ਪਹਿਲੇ ਪਾਤਸ਼ਾਹ ਦਾ ਇੱਕ ਬਚਨ ਹੈ, ਕਲਯੁਗ ਦੇ ਨਾਲ ਗੱਲਬਾਤ ਹੋਈ। ਅਸਲ ਵਿੱਚ ਇਹੋ ਜਿਹੀਆਂ ਗੰਦੀਆਂ ਸਰਕਾਰਾਂ ਦੇ ਨਾਲ ਹੀ ਉਹ ਗੱਲ ਹੈ। ਕਲਯੁਗ ਕਹਿਣ ਲੱਗਿਆ ਮੇਰਾ ਰਾਜ ਆ, ਮੈਂ ਰਾਜਾ, ਤੂੰ ਆ ਪ੍ਰਚਾਰ ਕਰਨਾ ਬੰਦ ਕਰ ਸਿੱਖੀ ਦਾ, ਲੋਕਾਂ ਨੂੰ ਸਿਮਰਨ ਨਾਲ ਜੋੜਨਾ ਬੰਦ ਕਰ। ਬਾਬਾ ਜੀ ਕਹਿੰਦੇ ਮੈਨੂੰ ਵੀ ਤਾਂ ਉਸੇ ਮਾਲਕ ਨੇ ਭੇਜਿਆ। ਕਹਿੰਦਾ ਮੈਨੂੰ ਮਾਤਲੋਕ ਦਾ ਰਾਜ ਦਿੱਤਾ ਕਲਯੁਗ। ਕਹਿੰਦਾ ਬਾਬਾ ਜੀ ਕਹਿੰਦੇ ਮੈਂ ਵੀ ਉਹਦਾ ਨੌਕਰ ਹਾਂ। ਇਹ ਨਾਨਕ ਵੀ ਉਹਦਾ ਇੱਕ ਸੇਵਕ ਬਣ ਕੇ ਆਏ ਆ ਸੰਸਾਰ ਨੂੰ ਉਹਦੀ ਗੱਲ ਦੱਸਣ ਵਾਸਤੇ। ਕਹਿੰਦੇ ਨਾ ਮਹਾਰਾਜ ਤੁਸੀਂ ਬੰਦ ਕਰੋ, ਚਾਹੋ ਤਾਂ ਮੈਂ ਤੁਹਾਨੂੰ ਸੋਨੇ ਦੇ ਮਹਿਲ ਬਣਾ ਦਿਆਂਗਾ। ਇਹ ਸਰਕਾਰਾਂ ਵਿਕ ਜਾਂਦੀਆਂ, ਬੇਅੰਤ ਮਾਇਆ ਤੇ ਖਰੀਦੀਆਂ ਜਾਂਦੀਆਂ, ਵਿਕ ਜਾਂਦੀਆਂ, ਫਿਰ ਜਨਤਾ ਦੇ ਬਾਰੇ ਨਹੀਂ ਸੋਚਦੀਆਂ। ਕਲਯੁਗ ਵੀ ਇਹੀ ਤਾਂ ਕਹਿੰਦਾ ਸੀਗਾ। ਕਹਿੰਦਾ ਕਹੋ ਤਾਂ ਮੈਂ ਤੁਹਾਨੂੰ ਸੋਨੇ ਦਾ ਮਹਿਲ ਬਣਾ ਦਿਆਂ, ਵੀ ਚੰਦਨ ਦੇ ਗੇਟ ਲਵਾ ਦਿਆਂ, ਔਰ ਵਿੱਚ ਉਹਦੇ ਚੰਦਨ ਦਾ ਛਿੜਕਾਅ ਕਰਵਾ ਦਿਆਂ, ਮੋਹਣੀਆਂ ਇਸਤਰੀਆਂ ਹੋਵਣ ਨਾਲ। ਬਾਬਾ ਜੀ ਕਹਿੰਦੇ ਰਹਿਣ ਦੇ, ਹੱਥ ਬੰਨੇ ਤੈਨੂੰ, ਤੂੰ ਆਪਦਾ ਸਮਾਨ ਆਪਦੇ ਕੋਲੇ ਰੱਖ, ਸਾਡਾ ਪ੍ਰਚਾਰ ਤਾਂ ਇਦਾਂ ਹੀ ਹੋਵੇਗਾ। ਕੋ ਸਤਨਾਮ ਸ੍ਰੀ। ਜਦੋਂ ਵਾਧਾ ਕਲਯੁਗ ਉੱਤੋਂ ਜਿਹੜੀ ਹੋਇਆ ਨਾ, ਬਾਬਾ ਜੀ ਕਹਿੰਦੇ ਗੱਲ ਸੁਣ ਲਾ। ਜਾਂ ਸਿੱਖ ਡਾਰੈ ਪਾਵੈ ਜੰਜੀਰੀ, ਚਾਕਰ ਹੱਥੋਂ ਮਰਨਾ। ਜਦੋਂ ਤੇਰੇ ਵਰਗੇ ਰਾਜੇ ਮਰਦੇ ਆ ਨਾ, ਮੇਰੇ ਵਰਗੇ ਨੌਕਰਾਂ ਤੋਂ ਹੀ ਮਰਦੇ ਆ। ਕੋ ਸਤਨਾਮ ਸ੍ਰੀ। ਇਹ ਬਾਬੇ ਨਾਨਕ ਦਾ ਲਿਖਿਆ ਬਚਨ ਬਾਣੀ 'ਚ ਹੈ, ਔਰ ਇਤਿਹਾਸ ਵੇਖਣਾ ਹੈ ਤੇ ਪਿੱਛੋਂ ਲੈ ਕੇ ਚਲੋ ਆਪਾਂ ਬਾਬੇ ਨਾਨਕ ਤੋਂ ਸ਼ੁਰੂ ਕਰ ਲਓ, ਅਹਿਮਦ ਸ਼ਾਹ ਅਬਦਾਲੀ ਤੋਂ, ਔਰ 84 ਦੇ ਰਾਜੇ, ਅੱਜ ਦੇ ਰਾਜੇ, ਜਿੰਨੇ ਵੀ ਰਾਜੇ ਮਰੇ ਆ ਨੌਕਰਾਂ ਤੋਂ ਮਰੇ ਆ। ਕੋ ਸਤਨਾਮ ਸੀ। ਭਾਵ ਕਲਯੁਗ ਨੂੰ ਵੀ ਪਰਮੇਸ਼ਰ ਦਾ ਪਿਆਰਾ ਹੀ ਖਤਮ ਕਰ ਸਕਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦੇ ਕੇ ਔਰੰਗਜ਼ੇਬ ਦਾ ਖਾਤਮਾ ਕੀਤਾ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਨਾਲ ਮੁਗਲ ਰਾਜ ਦਾ, ਜ਼ੁਲਮ ਦੇ ਰਾਜ ਦਾ ਖਾਤਮਾ ਹੋਇਆ। ਪ੍ਰੀਤਮ ਜੀ ਕਹਿੰਦੇ ਇਹੋ ਜਿਹੀਆਂ ਜੀਵ ਇਸਤਰੀਆਂ ਮਾਲਕ ਨੂੰ ਚੰਗੀਆਂ ਨਹੀਂ ਲੱਗਦੀਆਂ। ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ। ਹੁਣ ਸਾਡੇ ਤੇ ਗੱਲ ਆ ਗਈ ਸਾਰਿਆਂ ਤੇ। ਪੰਡਤ ਦਾ ਮਤਲਬ ਬ੍ਰਾਹਮਣ ਨਹੀਂ ਆ, ਕੋਈ ਜਾਤ ਨਹੀਂ ਆ। ਪੰਡਤ ਜਿਹੜਾ ਵੇਦਾਂ ਨੂੰ ਪੜ੍ਹਨ ਵਾਲਾ, ਗ੍ਰੰਥਾਂ ਨੂੰ ਪੜ੍ਹਨ ਵਾਲਾ। ਹੁਣ ਉਹਨਾਂ ਦੀ ਗੱਲ ਵੀ ਨਾਲ ਕੀਤੀ ਥੋੜ੍ਹੀ ਜਿਹੀ। ਕਹਿੰਦੇ ਜਿਹੜੇ ਪੰਡਤ ਹੋ ਕੇ, ਭਾਵ ਗਿਆਨੀ ਹੋ ਕੇ, ਵੇਦਾਂਤੀ ਹੋ ਕੇ, ਜੋਤਸ਼ੀ ਹੋ ਕੇ, ਕੇਤੇ ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ। ਅਣਕੋ ਮੱਤੀ ਦੇ ਚੱਲੇ, ਦੂਜਿਆਂ ਨੂੰ ਤਾਂ ਸਿੱਖਿਆ ਦੇ ਗਏ ਤੇ ਆਪ ਮਾਇਆ ਇਕੱਠੀ ਕਰਦੇ ਰਹੇ। ਕੋ ਸਤਨਾਮ ਸੀ। ਮਾਇਆ ਕੇ ਵਪਾਰ, ਸਿੱਖਿਆ ਵੀ ਵੇਚਦੇ ਰਹੇ। ਧ੍ਰਿਗ ਤਿੰਨਾਂ ਦਾ ਜੀਵਿਆ, ਲਿਖ ਲਿਖ ਵੇਚਿਆ ਨਾਓ। ਖੇਤੀ ਜਿਨਕੀ ਉਜੜਾ, ਖਲਵਾੜੇ ਕਿਆ ਥਾਓ। ਉਹ ਘਰੇ ਕੀ ਲੈ ਕੇ ਜਾਣਗੇ ਜੇ ਇੱਥੇ ਆਪਣੀ ਗਿਆਨ ਨੂੰ ਵੇਚ ਗਏ। ਗਿਆਨ ਦੇਣਾ ਦੱਸਣਾ ਹੋਰ ਗੱਲ ਹੈ, ਪੈਸੇ ਪਿੱਛੇ ਗਿਆਨ ਵੰਡਣਾ ਉਹ ਹੋਰ ਗੱਲ ਹੈ। ਇਸ ਕਰਕੇ ਉਹਨਾਂ ਗਿਆਨੀਆਂ, ਪੰਡਤਾਂ, ਵੇਦਾਂਤੀਆਂ ਦੀ ਗੱਲ ਵੀ ਕਰਦੇ ਆ।
ਜਿਹੜੇ ਕੇਵਲ ਤੇ ਕੇਵਲ ਚੁੰਝ ਚਾਚਾ ਕਰਦੇ, ਆਪਣੇ ਜੀਵਨ ਵਿੱਚ ਨਹੀਂ ਢਾਲਦੇ। ਕਹੋ ਸਤਨਾਮ। ਪਿੱਛੋਂ ਜੀਵਨ ਦੀ ਢਾਲਣ ਦੀ ਗੱਲ ਹੀ ਕਰ ਰਹੇ ਆ। ਮਨ ਝੂਠਾ ਤਨ ਝੂਠ ਹੈ, ਜੇਵਾ ਝੂਠੀ ਹੋਏ ਮੁਖ ਝੂਠਾ, ਝੂਠ ਬੋਲਣਾ ਕਿਉਂ ਕਰ ਸੋਚਾ ਹੋਏ, ਸਾਰਾ ਸਰੀਰ ਹੀ ਝੂਠਾ ਹੋ ਗਿਆ। ਕਹੋ ਸਤਨਾਮ ਸ੍ਰੀ। ਆਖਰੀ ਪੰਕਤੀਆਂ ਵਿੱਚ ਬਾਬਾ ਜੀ ਕਹਿੰਦੇ, ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਦੂਜਿਆਂ ਨੂੰ ਅਣਕੋ ਮੱਤੀ ਦੇ ਚੱਲੇ, ਮਾਇਆ ਕਾ ਵਪਾਰ। ਕਥਨੀ ਝੂਠੀ ਜਗ ਭਵੇ, ਉਹਨਾਂ ਦੇ ਕਹਿਣ ਦਾ ਕੋਈ ਫਾਇਦਾ ਨਹੀਂ, ਸੰਸਾਰ ਦਾ ਕੋਈ ਭਲਾ ਨਹੀਂ ਹੋਣਾ, ਉਹ ਜਿੰਨਾ ਮਰਜ਼ੀ ਕਹਿ ਲੈਣ। ਕਹੋ ਸਤਨਾਮ। ਜਿਹੜਾ ਆਪਦੇ ਜੀਵਨ ਦੇ ਵਿੱਚ ਨਹੀਂ ਢਾਲਦਾ, ਪਹਿਲਾਂ ਆਪਦਾ ਜੀਵਨ ਉਹੋ ਜਿਹਾ ਬਣਾਉਣਾ ਪਊ, ਫਿਰ ਉਹਦੇ ਕਹੇ ਦਾ ਕੁਝ ਫਾਇਦਾ ਹੋਊ। ਖਾਲੀ ਬੰਦੂਕ ਦਾ ਜਿੰਨਾ ਮਰਜ਼ੀ ਘੋੜਾ ਨੱਪ ਲਓ, ਕਿਸੇ ਨੂੰ ਨਹੀਂ ਮਾਰ ਸਕਦੀ, ਪਹਿਲਾਂ ਗੋਲੀ ਆਪਦੇ ਵਿੱਚ ਭਰਨੀ ਪਊ। ਕਹੋ ਸਤਨਾਮ ਸ੍ਰੀ। ਇਸ ਕਰਕੇ ਬਾਬਾ ਜੀ ਕਹਿੰਦੇ, ਭਲਿਓ ਸੁਣੋ ਵੀ, ਤੁਸੀਂ ਵੀ ਸੁਣੋ। ਪੰਡਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਅਣਕੋ ਮੱਤੀ ਦੇ ਚੱਲੇ, ਮਾਇਆ ਕਾ ਵਪਾਰ। ਕਥਨੀ ਝੂਠੀ ਜਗ ਭਵੈ, ਇਹ ਸੰਸਾਰ ਝੂਠ ਦੇ ਨਾਲ ਹੀ ਭਟਕ ਰਿਹਾ ਹੈ। ਰਹਿਣੀ ਸ਼ਬਦ ਸੁਸਾਰ, ਜਿਹਨੇ ਜੀਵਨ ਦੇ ਵਿੱਚ ਰਹਿਣੀ ਕਹਿਣੀ ਸਹਿਣੀ ਧਾਰ ਲਈ ਆ, ਸ਼ਬਦ ਦੇ ਅਰਥਾਂ ਨੂੰ ਜਿਹਨੇ ਜ਼ਿੰਦਗੀ ਵਿੱਚ ਧਾਰ ਲਿਆ, ਉਹਨਾਂ ਦਾ ਫਾਇਦਾ ਹੈ। ਨਹੀਂ ਤਾਂ ਕਿਤੇ ਪੰਡਤ ਜੋਤ ਕੀ, ਕਿਤਨੇ ਹੀ ਪੰਡਤ ਜੋਤਸ਼ੀ ਵੇਦਾਂ ਕਰੇ ਵਿਚਾਰ, ਵੇਦਾਂ ਦੀ ਵਿਚਾਰ ਕਰਦੇ ਐ, ਵਾਦ ਵਿਰੋਧ ਸਲਾਹ ਨੇ, ਫਿਰ ਲਾਲਣ ਮਰਦੇ ਵੀ ਆ। ਉਹ ਕਹਿੰਦਾ ਮੈਂ ਸਹੀ ਆ, ਉਹ ਕਹਿੰਦਾ ਮੈਂ ਸਹੀ ਆ। ਜਿਵੇਂ ਪਿਛਲੇ ਸਮਿਆਂ ਵਿੱਚ ਭਾਈ ਗੁਰਦਾਸ ਨੇ ਲਿਖਿਆ, ਬ੍ਰਾਹਮਣ ਕਾਜੀ ਬਾਹਮਣ ਲੜ ਮੋਏ, ਸੱਚ ਕੁਥਾਏ ਰਹਿ ਗਿਆ, ਸੱਚ ਪਾਸੇ ਰਹਿ ਗਿਆ। ਸੱਚ ਪਾਸੇ ਰਹਿ ਗਈ ਆ, ਤੇ ਬ੍ਰਾਹਮਣ ਤੇ ਮਲਾਣੀ ਉਹ ਲਾਲਣ ਮਾਰਦੇ ਸੀ। ਉਹ ਕਹਿੰਦੇ ਸਾਡਾ ਧਰਮ ਸਹੀ ਆ, ਉਹ ਕਹਿੰਦੇ ਸਾਡਾ ਸਹੀ ਹੈ। ਅੱਜ ਵੀ ਇਹੀ ਗੱਲ ਹੋ ਰਹੀ ਹੈ। ਜਨਤਾ ਕਹਿੰਦੀ ਅਸੀਂ ਸਹੀ ਆ, ਉਹ ਕਹਿੰਦਾ ਅਸੀਂ ਸਹੀ ਆ, ਕੱਲਾ ਹੀ। ਕਹੋ ਸਤਨਾਮ ਸ੍ਰੀ। ਇਹੀ ਗੱਲ ਅੱਜ ਹੋ ਰਹੀ ਆ। ਪਾਤਸ਼ਾਹ ਜੀ ਕਹਿੰਦੇ, ਭਲੇ ਲਾਲੜ ਕੇ ਮਰੀ ਜਾਂਦੇ ਨੇ, ਵਾਦ ਵਿਰੋਧ ਸਲਾਹ ਨੇ, ਵਾਦੇ ਆਵਣ ਜਾਣ। ਇਹਨਾਂ ਲੜਾਈਆਂ ਕਰਕੇ ਜੰਮਣ ਮਰਨ ਦੇ ਚੱਕਰਾਂ ਵਿੱਚ, ਆਉਣ ਜਾਣ ਦੇ ਚੱਕਰਾਂ ਵਿੱਚ ਪਏ ਰਹਿਣਗੇ। ਨਹੀਂ ਤੁਹਾਡਾ ਭਲਾ ਹੋ ਸਕਦਾ ਜਿੰਨਾ ਚਿਰ ਗੁਰੂ ਦੀ ਗੱਲ ਨਹੀਂ ਮੰਨਦੇ। ਬਿਨ ਗੁਰ ਕਰਮ ਨਾ ਛੁੱਟ ਸੀ, ਕਹਿ ਸੁਣੇ ਆਖ ਵਖਾਣ, ਕੱਲੀਆਂ ਗੱਲਾਂ ਕਰਨ ਨਾਲ ਕੁਛ ਨਹੀਂ ਬਣਨਾ, ਗੁਰਮਤਿ ਅਨੁਸਾਰ ਚੱਲਣਾ ਵੀ ਪੈਣਾ, ਫਿਰ ਸਾਡੇ ਮਾੜੇ ਕਰਮਾਂ ਦਾ ਖਾਤਮਾ ਹੋਵੇਗਾ। ਪ੍ਰੀਤਮ ਜੀ ਆਖਰੀ ਪੰਕਤੀ ਵਿੱਚ ਕਹਿੰਦੇ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ। ਭਾਈ ਤੁਸੀਂ ਸਾਰੇ ਚੰਗੇ ਹੋ ਮੈਥੋਂ। ਕਹੋ ਸਤਨਾਮ ਸ੍ਰੀ। ਸਾਰੇ ਆਪਣੇ ਆਪ ਨੂੰ ਚੰਗੇ ਕਹਾਉਂਦੀ ਆ, ਮੈਥੋਂ ਸਿਆਣਾ ਕੋਈ ਨਹੀਂ। ਪਰ ਬਾਬਾ ਜੀ ਇੱਥੇ ਨਿਮਰਤਾ ਵਿੱਚ ਆ ਕੇ ਕਹਿੰਦੇ ਨਾ, ਬਾਬਾ ਕਬੀਰ ਸਾਹਿਬ ਜੀ ਵਾਂਗੂ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਏ। ਭਾਈ ਮੇਰੇ 'ਚ ਹੀ ਗੁਣ ਹੈ ਨਹੀਂ ਗਾ, ਤੁਸੀਂ ਤਾਂ ਸਾਰੇ ਗੁਣਾਂ ਦੇ ਭਰੇ ਹੋਏ ਹੋ। ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ। ਪਰ ਮੈਨੂੰ ਤਾਂ ਉਹ ਚੰਗੇ ਲੱਗਦੇ ਐ ਜਿਹੜੇ ਮਾਲਕ ਨਾਲ ਜੁੜੇ ਹੋਏ ਆ। ਕਹੋ ਸਤਨਾਮ ਸੀ। ਜਿਹੜੀਆਂ ਮਾਲਕ ਦੀਆਂ ਸੁਹਾਗਣਾ ਬਣੀਆਂ ਹੋਈਆਂ, ਭਾਵ ਗੁਰਸਿੱਖ ਸੇ ਪਿਆਰੀਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ। ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ। ਜਿਵੇਂ ਹਰੀ ਨੂੰ ਮੈਂ ਭਾਉਂਦਾ ਹਾਂ, ਜਿਵੇਂ ਵਰ ਨੂੰ ਨਾਰ ਭਾਉਂਦੀ ਆ, ਜਿਵੇਂ ਭਾਵ ਮਨੁੱਖ ਨੂੰ ਆਪਣੀ ਪਤਨੀ ਭਾਉਂਦੀ ਆ, ਐਵੇਂ ਜੀਵ ਆਤਮਾ ਪਰਮੇਸ਼ਰ ਨੂੰ ਭਾਉਂਦੀ ਆ, ਤਾਂ ਜੇ ਉਹਦੇ ਨਾਲ ਜੁੜੀ ਹੋਵੇ ਤਾਂ। ਹਰ ਵਰ ਨਾਰ ਸੁਹਾਵਣੀ। ਪਾਤਸ਼ਾਹ ਜੀ ਕਹਿੰਦੇ ਮੈਂ ਭਾਵੈ ਪ੍ਰਭ ਸੋਏ। ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ। ਜਿਨ੍ਹਾਂ ਦਾ ਸ਼ਬਦ ਨਾਲ ਮਿਲਾਪ ਹੋ ਗਿਆ, ਜਿਹੜੀਆਂ ਗੁਰੂ ਦੀ ਦੱਸੀ ਸਿੱਖਿਆ ਤੇ ਚੱਲ ਪਈਆਂ, ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਹੋਵੇਗਾ। ਅਖੀਰ ਤੇ ਪਾਤਸ਼ਾਹ ਜੀ ਨੇ ਗੱਲ ਕਹਿ ਦਿੱਤੀ ਹੈ। ਸ਼ੁਰੂਆਤ ਵਿੱਚ ਝੂਠ ਦੀ ਗੱਲ ਕੀਤੀ, ਝੂਠ ਦੀ ਗੱਲ ਕੀਤੀ, ਅਖੀਰ ਤੇ ਜਾ ਕੇ ਸੱਚ ਦੀ ਗੱਲ ਕੀਤੀ ਹੈ ਕਿ ਸ਼ਬਦ ਨਾਲ ਜੁੜੋ। ਸ਼ਬਦ ਨਾਲ ਜੁੜਿਆ ਹੀ ਸਾਡਾ ਉਧਾਰ ਹੋ ਸਕਦਾ ਹੈ, ਭਲਾ ਹੋ ਸਕਦਾ ਹੈ। ਇਹ ਸੀ ਇਹ ਪਵਿੱਤਰ ਸ਼ਬਦ ਦੀ ਵਿਚਾਰ ਜੋ ਆਪ ਜੀ ਨੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪਾਂ ਸਭ ਨੇ ਸਾਂਝੀ ਕੀਤੀ, ਸਰਵਣ ਕੀਤੀ। ਗੁਰੂ ਕਿਰਪਾ ਕਰਨ, ਸਾਨੂੰ ਹੁਕਮਨਾਮੇ ਮੁਤਾਬਕ ਚੱਲਣ ਦਾ ਬਲ ਬਖਸ਼ਣੋ। ਰੋਜ਼ ਹੁਕਮਨਾਮਾ ਤਾਂ ਆਪਾਂ ਪੜ੍ਹਦੇ ਆ, ਸਾਰਿਆਂ ਨੂੰ ਆਪਾਂ ਨੂੰ ਸੁਭਾਅ ਬਣ ਗਿਆ। ਗੁਰੂ ਸਾਹਿਬ ਨੇ ਕਿਰਪਾ ਕਰਤੀ, ਸ਼ੀਸ਼ੇ ਕੋਲੇ ਖੜ ਕੇ ਰੋਜ਼ ਦਾ ਹੁਕਮਨਾਮਾ ਪੜ੍ਹਦੇ ਆ। ਪਰ ਉਹਦਾ ਪੜ੍ਹਨ ਦਾ ਮਕਸਦ ਹੈ ਵੀ ਅੱਜ ਕੀ ਕਿਹਾ, ਉਹਨੂੰ ਸਮਝਣਾ,
फिर सारा दिन ਉਹਦੇ ਉੱਤੇ ਪਹਿਰਾ ਦੇਣਾ ਵੀ ਅੱਜ ਮੈਂ ਇਦਾਂ ਹੀ ਚੱਲਣਾ ਸਾਰਾ ਦਿਨ। ਫਿਰ ਕੱਲ ਦਾ ਹੁਕਮਨਾਮਾ ਕੱਲ ਨੂੰ ਪੜਾਂਗੇ। ਕਹੋ ਸਤਨਾਮ ਸ੍ਰੀ। ਅਗਲੇ ਸ਼ਬਦ ਦੇ ਵਿਚਾਰ ਆਪਾਂ ਫਿਰ ਪਾਤਸ਼ਾਹ ਨੇ ਕਿਰਪਾ ਕੀਤੀ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।